ਜਦੋਂ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਰੋ ਪਿਆ, ਕਿਉਂਕਿ ਉਹਨਾਂ ਨੂੰ ਇੱਕੋ ਗੱਲ ਕਹੀ, ਸਿਰਸੇ ਇਹ ਕੀ ਕੀਤਾ, ਤੇ ਮੈਂ ਗੱਡੀ ਤਾਂ ਮਾਰ ਕੇ ਰੋ ਪਿਆ। ਔਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ। ਸੁਖਬੀਰ ਸਿੰਘ ਬਾਦਲ ਦੇ ਤੁਸੀਂ ਲੋਕ ਕਹਿੰਦੇ ਨੇ ਕਿ ਤੁਸੀਂ ਪਰਛਾਵਾਂ ਸੀਗੇ ਇੱਕ ਹਿਸਾਬ ਦਾ, ਯੂ ਆਰ ਦਾ ਸ਼ੈਡੋ। ਤੁਸੀਂ ਉਹਨਾਂ ਨੂੰ ਸਮਝਾ ਸਕਦੇ ਸੀ ਕਿ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਹੋ ਸਕਦੀਆਂ ਸੀਗੀਆਂ, ਮਸਲੇ ਜਿਹੜੇ ਸੀਗੇ ਹੱਲ ਹੋ ਸਕਦੇ ਸੀਗੇ, ਲੇਕਿਨ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ 'ਚ ਜਾਣਾ ਇਹ ਸਵਾਲ ਖੜੇ ਕਰਦਾ। ਉਹਨਾਂ ਦੀ ਗੱਡੀ 'ਚੋਂ ਜਥੇਦਾਰ ਤੋਤਾ ਸਿੰਘ ਵਰਗੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਟਾਲਵਰਸ ਨੇ ਉਹ ਨਿਕਲਣੇ ਚਾਹੀਦੇ। ਉਹਨਾਂ ਦੀ ਗੱਡੀ 'ਚੋਂ ਜਿਹੜੇ ਅਟਵਾਲ ਸਾਹਿਬ ਵਰਗੇ ਸਪੀਕਰ ਜਿਹੜੇ ਸੀਨੀਅਰ ਲੋਕ ਨੇ ਉਹ ਨਿਕਲਣੇ ਚਾਹੀਦੇ। ਉਹਨਾਂ ਦੀ ਗੱਡੀ 'ਚੋਂ ਬ੍ਰਹਮਪੁਰਾ ਸਾਹਿਬ ਵਰਗੇ ਸੀਨੀਅਰ ਜਾਂ ਢੀਂਡਸਾ ਸਾਹਿਬ ਵਰਗੇ ਸੀਨੀਅਰ ਲੋਕ ਜਿਹੜੇ ਸੀਗੇ ਉਹਨਾਂ ਦੀ ਗੱਡੀ 'ਚੋਂ ਬਾਹਰ ਨਾਲ ਉਹਨਾਂ ਦੇ ਨਿਕਲਣੇ ਚਾਹੀਦੇ ਸੀ। ਉਹਨਾਂ ਦੀ ਗੱਡੀ 'ਚੋਂ ਜਿਹੋ ਜਿਹੇ ਲੋਕ ਨਿਕਲਦੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਇੱਕ ਵੀ ਚੀਜ਼ ਮੰਗਦਾ, ਮੈਨੂੰ ਮਨਾ ਕਰਦੇ ਕਤਈ ਨਹੀਂ ਕੀਤੀ ਉਹਨਾਂ ਨੇ, ਨਾ ਕਰਦੇ ਕਦੇ ਮੈਨੂੰ ਮਨਾ। ਮੈਂ ਉਹਨਾਂ ਨੂੰ ਫਿਰ ਕਹਾਂ, ਮੈਂ ਪਾਰਟੀ ਛੱਡਤੀ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਲੋਕਾਂ ਨੂੰ ਛੋਟਾ ਦੱਸਣ ਰੱਖੂਗਾ। ਜਿਹੜੇ ਵੱਡੇ ਨੂੰ ਵੱਡੇ ਹੀ ਰਹਿਣਗੇ, ਅਸੀਂ ਥੋੜਾ ਵੱਡੇ ਹੋ ਜਾਵਾਂਗੇ, ਵੱਡੇ ਨਹੀਂ, ਉਹਨਾਂ ਨੇ ਵੱਡੇ ਰਹਿਣਾ, ਅਸੀਂ ਤੇ ਛੋਟੇ ਹੀ ਰਹਿਣਾ। ਕਿ ਲੱਖਾ ਸਿਧਾਣਾ ਜੋ ਉਹਨਾਂ ਨੇ ਵੀ ਐਲਾਨ ਕੀਤਾ ਕਿ ਉਹ ਵੀ ਚੋਣਾਂ ਲੜਨਗੇ, ਉਹ ਵੀ ਕੱਲ ਨੂੰ ਦੇਖਿਆ ਜਾ ਸਕਦਾ ਕਿ ਤੁਹਾਡੇ ਨਾਲ ਰਲ ਸਕਦੇ ਜਾਂ ਤੁਸੀਂ ਉਹਨਾਂ ਨੂੰ ਕੋਸ਼ਿਸ਼ ਕਰੋਗੇ ਕਿ ਭਾਜਪਾ ਦੇ ਨਾਲ ਜੁੜਨ। ਜੋ ਮੇਰੇ ਕੋਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਗੀ ਦੇ ਰੂਪ ਸੇਵਾ ਸੀ, ਉਸ ਤੋਂ ਪਰਾਂ ਹੋਇਆ ਤਾਂ ਕਿ ਇਹ ਨਾ ਕੋਈ ਕਹਿ ਸਕੇ ਪ੍ਰਧਾਨਗੀ ਬਚਾਉਣ ਵਾਸਤੇ ਸਿਰਸੇ ਨੇ ਕੰਮ ਕੀਤਾ। ਸਿਰਸਾ ਸਾਹਿਬ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਤਾਂ ਮੈਂ ਤਾਂ ਅੱਧੀ ਰਾਤ ਨੂੰ ਵੀ ਫੋਨ ਕਰ ਦਿੰਦਾ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਇਹ ਰੁਤਬਾ ਤੁਹਾਨੂੰ ਭਾਜਪਾ ਦੇ ਵਿੱਚ ਮਿਲੇਗਾ ਜਿਨ੍ਹਾਂ ਨੇ ਤੁਹਾਡੀ ਜੁਆਇਨਿੰਗ ਕਰਵਾਈ ਹੈ, ਕੀ ਤੁਸੀਂ ਉਹਨਾਂ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕੋਗੇ? ਜੇ ਮੈਂ ਪੰਜਾਬ ਦੀ ਸਿਆਸਤ 'ਚ ਐਂਟਰੀ ਕਰਨੀ ਹੁੰਦੀ ਤਾਂ ਮੈਂ ਨਾਮ ਲੈ ਕੇ ਕਹਿਣ ਲੱਗਾ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਚਾਹੁੰਦੇ ਸੀ ਮੈਂ ਮੋਹਾਲੀ ਤੋਂ ਇਲੈਕਸ਼ਨ ਲੜਾਂ। ਸਰਦਾਰਨੀ ਹਰਸਿਮਰਤ ਕੌਰ ਬਾਦਲ ਚਾਹੁੰਦੇ ਸੀਗੇ ਕਿ ਮੈਂ ਮਾਨਸਾ ਤੋਂ ਇਲੈਕਸ਼ਨ ਲੜਾਂ, ਔਰ ਮੈਨੂੰ ਉਹਨਾਂ ਨੇ ਹੈਲੀਕਾਪਟਰ 'ਚ ਜਾਂਦੇ ਹੋਏ ਕਿਹਾ ਸੀ, ਸਿਰਸਾ ਜੀ ਤੁਸੀਂ ਇੱਥੋਂ ਇਲੈਕਸ਼ਨ ਲੜੋ, ਮੈਂ ਮੰਤਰੀ ਬਣਾਉਂਗੀ। ਜਵਾਨੀ ਦੇ ਬੰਦੇ ਨਾਲ ਰਹੋਗੇ ਤੁਹਾਨੂੰ ਦੀਵਾਨੀ ਦਾ ਕਰਕੇ ਛੱਡੂਗਾ, ਦੀਵਾਨੀ ਦਾ ਦੋ ਆਨੇ ਦਾ ਕਰਕੇ ਛੱਡੂਗਾ ਜੇ ਤੁਸੀਂ ਜਵਾਨੀ ਦੇ ਬੰਦੇ ਨਾਲ ਰਹੋਗੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਇੰਸਟੀਟਿਊਸ਼ਨ ਜਿਨ੍ਹਾਂ ਨੂੰ ਸਿੱਖੀ ਦਾ ਨਹੀਂ ਪਤਾ, ਜਿਹਨਾਂ ਨੇ ਦਾੜੀਆਂ ਮੁੰਨੀਆਂ ਨੇ, ਹੁਣ ਉਹ ਸਿੱਖੀ ਦਾ ਆ ਕੇ ਗਿਆਨ ਦਿੰਦੇ ਸੀ ਉੱਥੇ। ਮਾਫ ਕਰਿਓ, ਕਈ ਰਾਤ ਤੇ ਕੌੜਾ ਘੁੱਟ ਜ਼ਹਿਰ ਪੀਣ ਦੇ ਬਰਾਬਰ ਹੁੰਦਾ ਸੀ। ਇਹ ਹੁਣ ਜਵਾਬ ਇਹ ਦੱਸਣਗੇ ਸਿੱਖੀ ਕੀ ਆ। ਔਰ ਮੈਂ ਬੜੇ ਫਕਰ ਨਾਲ ਕਹਿੰਦਾ, ਮੈਨੂੰ 100 ਗੱਲਾਂ ਕੋਈ ਕੱਢ ਦੇ, ਮੈਂ ਬੜੇ ਫਕਰ ਨਾਲ ਕਹਿੰਦਾ, ਮੈਂ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਗੱਲ ਕਿਹਾ ਕਰਦਾ ਸੀਗਾ, ਸਰਦਾਰ ਬਾਦਲ ਸਾਹਿਬ, ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਇੱਕ ਗੱਲ ਜਿਹੜੀ ਆ ਆਪਣੇ ਹਿਰਦੇ ਤੇ ਲਿਖੀ ਹੋਈ ਆ, ਜਿਹੜੀ ਗੱਲ ਆਪਣੇ ਮੂੰਹੋਂ ਕੱਢਦੇ ਸੀ ਮੈਂ ਕਹਿੰਦਾ ਸੀ ਇਹ ਲਿਖ ਕੇ ਰੱਖਣ ਵਾਲੀ ਗੱਲ ਆ, ਹਰ ਭਰ ਪੇਚ ਗੱਲ ਨਹੀਂ ਦੁਬਾਰਾ ਖਰੀਦੀ ਜਾ ਸਕੂਗੀ, ਕਿਉਂਕਿ ਉਹਨਾਂ ਦੇ ਅੰਦਰ ਜੋ ਦੇਸ਼ ਦੇ ਔਰ ਪ੍ਰਦੇਸ਼ ਦੇ ਪ੍ਰਤੀ ਦਰਦ ਸੀਗਾ ਕਿਸੇ 'ਚ ਨਹੀਂ ਹੈਗਾ। ਉਹਨਾਂ ਦੇ ਮਨ 'ਚ ਸੱਚਾ ਦਰਦ ਸੀਗਾ, ਬਾਕੀ ਤੇ ਢੋਂਗ ਰੱਖ ਕੇ ਦਰਦ ਕਰਦੇ ਨੇ, ਬਾਕੀ ਦਰਦ ਨਹੀਂ ਹੈਗਾ। ਉਹ ਕਹਿ ਰਹੇ ਆ ਕਿ ਤੁਸੀਂ ਭਾਜਪਾ ਦਾ ਹੱਥ ਕਿਉਂ ਫੜ ਲਿਆ, ਇਹੋ ਜਿਹੀ ਕਿਹੜੀ ਮਜਬੂਰੀ ਹੋ ਗਈ। ਸੁਖਬੀਰ ਸਿੰਘ ਬਾਦਲ ਹੋਰੀ ਵੀ ਕਹਿੰਦੇ ਆ ਕਿ ਤੁਸੀਂ ਉਹਨਾਂ ਨੂੰ WhatsApp ਤੇ ਮੈਸੇਜ ਕਰਕੇ ਕਿਹਾ ਕਿ ਦੇ ਵਾਂਟ ਟੂ ਅਰੈਸਟ ਮੀ। ਬਾਦਲ ਸਾਹਿਬ ਵੀ ਸਮਝ ਗਏ ਹੋਣਗੇ, ਉਹ ਚਮਚਾ ਵੀ ਸਮਝ ਗਿਆ ਹੋਊਗਾ, ਕਹਿੰਦਾ ਜੇ ਮੇਰਾ ਬਸ ਚੱਲਦਾ ਮੈਂ ਸਿਰਸੇ ਨੂੰ ਪ੍ਰਧਾਨ ਨਹੀਂ ਬਣਨ ਦੇਣਾ ਸੀ। ਅੱਛਾ, ਆਪਣੀ ਦਾੜੀ ਵੱਲ ਤੇ ਦੇਖ ਲਾ, ਪਹਿਲਾਂ ਆਪਣੇ ਚਿਹਰੇ ਵੱਲ ਤੇ ਦੇਖ। ਅੱਛਾ, ਮੈਨੂੰ ਸਿਰਸਾ ਸਾਹਿਬ ਇਹ ਦੱਸੋ, ਚੋਣ ਕਿੱਥੋਂ ਲੜ ਰਹੇ ਹੋ? ਪੰਜਾਬ ਤੋਂ ਲੜ ਰਹੇ ਹੋ ਚੋਣ ਇਸ ਵਾਰੀ? ਕਿ ਮਹਾਰਾਜ ਸਿੱਧੂ ਮੂਸੇਵਾਲੇ ਕਿ ਮਹਾਰਾਜ ਤੁਸੀਂ ਬਹੁਤ ਵੱਡੇ ਕਲਾਕਾਰ ਜੇ, ਗਾਇਕ ਜੇ ਤੁਸੀਂ ਚੁਣਾਵ ਲੜਨਾ ਹੈ ਤੁਹਾਨੂੰ ਤੇ ਆਜ਼ਾਦ ਵੀ ਤੁਸੀਂ ਜਿੱਤ ਸਕਦੇ ਜੀ, ਤੁਸੀਂ ਕਿਸੇ ਹੋਰ ਪਾਰਟੀ 'ਚ। ਬਸ ਤੁਸੀਂ ਇੰਨਾ ਜ਼ਰੂਰ ਧਿਆਨ ਰੱਖਿਓ ਜੀ ਵੀ 84 ਦੇ ਕਤਲੇਆਮ ਦੇ ਨਾਲ ਲਿਬੜੀ ਹੋਈ ਪਾਰਟੀ ਆ, ਕਿ ਤੁਹਾਨੂੰ ਕਿਤੇ ਨਾ ਕਿਤੇ ਇਹ ਗੱਲ ਲੋਕ ਸਵਾਲ ਕਰ ਲੈਣਗੇ। ਬਾਕੀ ਮੇਰੀ ਫਿਰ ਮੈਂ ਕਹਾਂ, ਮੇਰੀ ਹੈਸੀਅਤ ਨਹੀਂ, ਮੈਂ ਛੋਟਾ ਆਦਮੀ, ਮੈਂ ਉਹਨੂੰ ਵੀ ਕੁਝ ਕਹਿ ਨਹੀਂ ਸਕਦਾ। ਮੈਂ ਉਹਨਾਂ ਨੂੰ ਫੋਨ ਕਰਦਾ ਸੀ ਰਾਤ ਨੂੰ, ਮੈਂ ਕਿਹਾ ਜੀ ਆ ਤੁਸੀਂ ਕੀ ਕੀਤਾ ਆ? ਮੈਂ ਕਿਹਾ ਜਿਹੜਾ ਤੁਸੀਂ SY ਦਾ ਪ੍ਰਧਾਨ ਨਾਲ ਪਿਲਾ ਕੇ ਫੋਟੋ ਪਾਉਂਦੇ ਪਏ ਜੇ, ਇਹ ਠੀਕ ਆ ਗੱਲ? ਕਿ ਕੌਮ ਨੂੰ ਸਵੀਕਾਰ ਹੋਊਗਾ? ਇਹ ਕਿਹੋ ਜਿਹੇ ਲੋਕਾਂ ਨਾਲ ਤੁਸੀਂ ਚੁੱਕ ਕੇ ਫੋਟੋ ਪਾਈ ਆ, ਸਟੇਟਸ ਆ ਤੁਹਾਡਾ? ਮੈਂ ਕਹਿੰਦਾ ਸੁਣੋ, ਪੁੱਛ ਲਿਓ ਅਗਰ ਮੈਂ ਨਾ ਕਹੀ ਹੋਵੇਗਾ। ਸਿੱਖਾਂ ਨੂੰ ਗਿਆਨ ਗੋਦਰੀ ਗੁਰਦੁਆਰੇ ਜਗ੍ਹਾ ਜਿਹੜੀ ਕਿ ਉਹ ਪਤਾ ਨਹੀਂ 20 ਸਾਲ 15 ਸਾਲ ਪਹਿਲਾਂ ਦੀ ਲੋਟ ਹੋਈ ਪਈ ਆ, ਉਹ ਜਗ੍ਹਾ ਅੱਜ ਤੱਕ ਨਹੀਂ ਮਿਲ ਪਾਈ। ਜੋ ਮਿਲ ਜਾਵੇ ਤੇ ਫਿਰ ਕੋਈ ਅਫਸੋਸ ਤਾਂ ਨਹੀਂ ਹੋਊਗਾ? ਤੇ ਮੈਨੂੰ ਭਾਵੇਂ ਜੋ ਗੱਲ ਹੋਰ ਕੱਢ ਲੈਣਗੇ ਲੋਕ, ਇਹ ਕਹਿਣਗੇ ਯਾਰ ਚੱਲ ਕੋਈ ਨਹੀਂ। ਲੱਖਾ ਸਿਧਾਣਾ ਦੇ ਨਾਲ ਜੋ ਮੈਂ ਕੀਤਾ, ਦੀਪ ਸਿੱਧੂ ਵਾਸਤੇ ਜੋ ਮੈਂ ਕੀਤਾ, ਉਹ ਮੇਰਾ ਫਰਜ਼ ਸੀਗਾ, ਮੈਂ ਉਹਨਾਂ ਦੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ। ਅੱਛਾ ਸਿਰਸਾ ਸਾਹਿਬ, ਤੁਸੀਂ ਭਾਜਪਾ ਹੀ ਜੁਆਇਨ ਕੀਤੀ ਹੈ ਜਾਂ RSS ਦੀ ਜੋ ਆਈਡੀਓਲੋਜੀ ਹੈ ਉਹਦੇ ਨਾਲ ਵੀ ਸੰਬੰਧ ਰੱਖਦੇ ਹੋ? ਕਿਉਂਕਿ ਸੋਸ਼ਲ ਮੀਡੀਆ ਦਾ ਤੁਹਾਨੂੰ ਪਤਾ ਜ਼ਮਾਨਾ ਹੈਗਾ, ਤੁਹਾਡੀਆਂ ਅਲੱਗ-ਅਲੱਗ ਤਰੀਕੇ ਦੇ ਨਾਲ ਫੋਟੋਜ਼ ਵੀ ਲੋਕ ਮੀਮਸ ਬਣਾ ਕੇ ਵਾਇਰਲ ਕਰਦੇ ਪਏ, ਕਿਸੇ 'ਚ ਖਾਕੀ ਨਿੱਕਰ ਹੈ, ਕਿਸੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ। ਤੇ ਸਵਾਲ ਲੋਕਾਂ ਦੇ ਜ਼ਿਹਨ 'ਚ ਇਹ ਵੀ ਹੈਗਾ, ਇਕੱਲਾ ਸਿਰਸਾ ਸਾਹਿਬ ਨੇ ਭਾਜਪਾ ਜੁਆਇਨ ਕੀਤੀ ਹੈ ਜਾਂ RSS ਦੇ ਨਾਲ ਵੀ ਹੁਣ ਉਹ ਉਸ ਵਿਚਾਰਧਾਰਾ ਦੇ ਨਾਲ ਹਮਦਰਦੀ ਰੱਖਦੇ ਆ? ਲੋਕਾਂ ਦੇ ਆ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ। ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ। ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਦਿੱਲੀੋਂ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ, ਸਵਾਲ ਜਵਾਬ ਕਰਨੇ ਹੈ।
ਮੁੱਦਾ ਭਖਿਆ ਪਿਆ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਸਿਰਸਾ ਸਾਹਿਬ ਨੇ ਅਕਾਲੀ ਦਲ ਛੱਡ ਕੇ ਭਾਜਪਾ ਦਾ ਹੱਥ ਕਿਉਂ ਫੜ ਲਿਆ। ਸਿਰਸਾ ਸਾਹਿਬ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਜੀ ਬਿਲਕੁਲ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ। ਲੋਕ ਕਹਿ ਰਹੇ ਆ ਕਿ ਤੁਸੀਂ ਭਾਜਪਾ ਦਾ ਹੱਥ ਕਿਉਂ ਫੜ ਲਿਆ, ਇਹੋ ਜੀ ਕਿਹੜੀ ਮਜਬੂਰੀ ਹੋ ਗਈ। ਸੁਖਬੀਰ ਸਿੰਘ ਬਾਦਲ ਹੋਰੀ ਵੀ ਕਹਿੰਦੇ ਆ ਕਿ ਤੁਸੀਂ ਉਹਨਾਂ ਨੂੰ WhatsApp ਤੇ ਮੈਸੇਜ ਕਰਕੇ ਇਹ ਕਿਹਾ ਕਿ ਦੇ ਵਾਂਟ ਟੂ ਅਰੈਸਟ ਮੀ। ਦੇਖੋ ਪਹਿਲੀ ਗੱਲ ਆ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਹੁਤ ਵੱਡੇ ਆਦਮੀ ਹੈ। ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈ, ਸਾਡੀ ਪਾਰਟੀ ਵਾਸਤੇ ਇਹ ਮਾੜੀ ਗੱਲ ਹੈ ਸੰਦੇਸ਼ ਇਸ ਵੇਲੇ ਦੇਣਾ ਕਿ ਕੋਈ ਉਹਨਾਂ ਨੇ ਅਰੈਸਟ ਕਰਨ ਦੇ ਨਾਮ ਦੇ ਉੱਤੇ ਕਿਸੇ ਬੰਦੇ ਨੂੰ ਪਾਰਟੀ 'ਚ ਲੈਣਗੇ। ਪਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਸ ਤੋਂ ਮਾੜੀ ਗੱਲ ਆ ਜੇਕਰ ਸ਼੍ਰੋਮਣੀ ਅਕਾਲੀ ਦਲ ਮਨਜਿੰਦਰ ਸਿੰਘ ਸਿਰਸੇ ਵਰਗੇ ਬੰਦੇ ਦੇ ਨਾਲ ਖੜੇ ਹੋ ਕੇ ਤੇ ਉਸ ਦੇ ਉੱਤੇ ਜੇ ਕੋਈ ਵਾਰ ਕਰਦਾ ਪਿਆ, ਜੇ ਕੋਈ ਉਸ ਦੇ ਉੱਤੇ ਪ੍ਰਹਾਰ ਕਰਦਾ ਪਿਆ ਜੀ ਉਹਨੂੰ ਨਹੀਂ ਸੁਰੱਖਿਅਤ ਰੱਖ ਸਕਦੀ, ਤੇ ਫਿਰ ਕਿਆ ਅਕਾਲੀ ਦਲ ਆਪਣੇ ਕਿਸੇ ਕਾਣਕੂ ਨੂੰ ਇੱਕ ਸਧਾਰਨ ਵਰਕਰ ਨੂੰ ਬਚਾ ਸਕਦੀ ਆ? ਮੈਨੂੰ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਨਾਂ ਨੂੰ ਜ਼ਰੂਰ ਉਹਦੇ ਤੇ ਵਿਚਾਰ ਕਰਨਾ ਚਾਹੀਦਾ। ਹਾਲਾਂਕਿ ਬਹੁਤ ਵੱਡੇ ਨੇ, ਮੇਰਾ ਉਹਨਾਂ ਦਾ ਕੋਈ ਮੁਕਾਬਲਾ ਨਹੀਂ, ਮੇਰੀ ਹੈਸੀਅਤ ਹੀ ਨਹੀਂ ਕਿ ਮੈਂ ਉਹਨਾਂ ਦੇ ਖਿਲਾਫ ਕੁਝ ਬੋਲ ਸਕਾਂ, ਮੇਰੀ ਔਕਾਤ ਵੀ ਨਹੀਂ ਹੈਗੀ, ਮੈਂ ਬਹੁਤ ਛੋਟਾ ਜਿਹਾ ਆਦਮੀ ਹਾਂ। ਮੈਂ ਇਸ ਕਰਕੇ ਔਰ ਮੇਰੇ ਉਹਨਾਂ ਨਾਲ ਜਿਹੜੇ ਸੰਬੰਧ ਰਹੇ ਨੇ ਉਹ ਇਹ ਕਹਿੰਦੇ ਵੀ ਨਹੀਂ ਕਿ ਮੈਂ ਉਹਨਾਂ ਦੇ ਖਿਲਾਫ ਕੋਈ ਲਾਈਨ ਇੱਕ ਬੋਲਾਂ। ਪਰ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਵੀ ਕੋਈ ਪਾਰਟੀ ਛੱਡ ਕੇ ਜਾਂਦਾ ਹੈ ਨਾ, ਉਹ 100 ਤਰ੍ਹਾਂ ਦੇ ਇਲਜ਼ਾਮ ਲਗਾ ਕੇ ਜਾਂਦਾ। ਉਹਨੇ ਜੀ ਆਹ ਸੀ ਜੀ ਮਾੜਾ, ਆਹ ਸੀ ਜੀ ਇਹ ਤੇ ਐਂ ਕਰਦੇ ਸੀ ਜੀ, ਮੈਨੂੰ ਤੇ ਆਹ ਦਿੱਕਤ ਹੋ ਗਈ ਜੀ, ਮੈਨੂੰ ਤੇ ਨਸ਼ਿਆਂ ਦੀ ਦਿੱਕਤ ਹੋ ਗਈ, ਸਵਾਲ ਪੁੱਛ ਰਹੇ ਸੀ ਜੀ ਲੋਕ ਬੇਅਦਬੀ ਦੇ ਉੱਤੇ ਜੀ, ਗੁਰੂ ਗ੍ਰੰਥ ਸਾਹਿਬ ਦੇ ਗਵਾਚੇ ਸਰੂਪਾਂ ਦੇ ਉੱਤੇ ਜੀ। ਮੈਂ ਲੰਕੇਸ਼ ਜੀ 70 ਸਾਲ ਦੀ ਰਾਜਨੀਤਿਕ ਇਤਿਹਾਸ ਦੇ ਅੰਦਰ ਬਾਅਦ ਇੱਕ ਬੰਦਾ ਹੋਊਗਾ ਜਿਸਨੇ ਪਹਿਲਾਂ ਜੋ ਮੇਰੇ ਕੋਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਗੀ ਦੇ ਰੂਪ ਸੇਵਾ ਸੀ ਉਸ ਤੋਂ ਪਰਾਂ ਹੋਇਆ ਤਾਂ ਕਿ ਇਹ ਨਾ ਕੋਈ ਕਹਿ ਸਕੇ ਪ੍ਰਧਾਨਗੀ ਬਚਾਉਣ ਵਾਸਤੇ ਸਿਰਸੇ ਨੇ ਕੰਮ ਕੀਤਾ। ਔਰ ਫਿਰ ਮੈਂ ਬਿਨਾਂ ਕਿਸੇ ਦੋਸ਼ ਲਗਾਏ ਜਾ ਕੇ ਦੱਸਿਆ ਮੇਰਾ ਪਰਪਸ ਕੀ ਆ। ਲੰਕੇਸ਼ ਜੀ ਤੁਸੀਂ ਜ਼ਰੂਰ ਇਸ ਗੱਲ ਨੂੰ ਐਪਰੀਸ਼ੀਏਟ ਕਰੋਗੇ, ਜਿਹੜੀ ਮੇਰੀ ਗੱਲ ਗਲਤ ਹੋਵੇ ਨਾ ਆਪਾਂ ਖਾਲੀ ਸਵਾਲ ਜਵਾਬ ਨਹੀਂ ਕਰਨੇ, ਗਲਤ ਗੱਲ ਨੂੰ ਗਲਤ ਵੀ ਨਾਲ ਹੀ ਕਰੀ ਜਾਓ ਤਾਂ ਕਿ ਆਪਾਂ ਅੱਗੇ ਬਿਲਕੁਲ ਲੰਕੇਸ਼ ਜੀ ਕਿਆ ਮੈਂ ਕਿੱਥੇ ਗਲਤ ਕਹੂੰਗਾ ਕਿ ਦੇਸ਼ ਦੇ ਅੰਦਰ ਕੋਈ ਇੱਕ ਤੁਹਾਡੇ ਚਿਹਰਾ ਜੀ ਧਿਆਨ ਚ ਆ ਰਿਹਾ ਹੋਵੇ ਜਿਹੜਾ ਪੂਰੇ ਦੇਸ਼ ਅੰਦਰ ਜਦੋਂ ਕਿਤੇ ਗੱਲ ਹੋ ਰਹੀ ਹੋਵੇ ਸਿੱਖੀ ਦੇ ਉੱਤੇ ਜਾ ਕੇ ਖੜਾ ਹੁੰਦਾ ਹੋਵੇ, ਕੋਈ ਤੁਹਾਡੇ ਧਿਆਨ ਚ ਚਿਹਰਾ ਆ ਰਿਹਾ ਉਹਦਾ ਨਾਮ ਸ਼ੇਅਰ ਕਰੋਗੇ? ਮੈਨੂੰ ਇਹ ਚਿਹਰੇ ਜ਼ਰੂਰ ਯਾਦ ਆਉਂਦੇ ਆ ਸਿਰਸਾ ਸਾਹਿਬ ਕਿ ਅਕਾਲੀ ਦਲ ਦਾ ਜਦੋਂ ਗੱਠਜੋੜ ਸੀਗਾ ਭਾਜਪਾ ਦੇ ਨਾਲ ਤਾਂ ਭਾਜਪਾ ਨੇ ਅਕਾਲੀ ਦਲ ਦੀ ਇੱਕ ਵੀ ਨਹੀਂ ਸੁਣੀ ਕਿਸਾਨੀ ਅੰਦੋਲਨ ਨੂੰ ਲੈ ਕੇ, ਇਸ ਕਰਕੇ ਉਹਨਾਂ ਨੂੰ ਇੱਕ ਦੂਜੇ ਦੇ ਕੋਲੋਂ ਦੂਰੀ ਬਣਾਉਣੀ ਪਈ, ਗੱਠਜੋੜ ਟੁੱਟ ਗਿਆ। ਲੇਕਿਨ ਹੁਣ ਉਸੇ ਭਾਜਪਾ ਦੇ ਨਾਲ ਤੁਸੀਂ ਜਾ ਕੇ ਉਹਨਾਂ ਦੇ ਨਾਲ ਜੁੜ ਗਏ ਹੋ, ਮੈਨੂੰ ਉਹ ਚਿਹਰੇ ਯਾਦ ਜ਼ਰੂਰ ਆਉਂਦੇ ਆ। ਮਤਲਬ ਮੇਰੀ ਗੱਲ ਦਾ ਜਵਾਬ ਨਹੀਂ ਦੇਣਾ ਤੁਸੀਂ, ਚਲੋ ਮਰਜ਼ੀ ਤੁਸੀਂ ਵੱਡੇ ਆਦਮੀ ਜੇ ਨਹੀਂ ਦਿਓਗੇ ਤੁਸੀਂ ਵੀ, ਕਿਉਂਕਿ ਵੱਡੇ ਲੋਕ ਛੋਟੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ। ਸਿਰਸਾ ਸਾਹਿਬ ਇੱਕ ਨਹੀਂ ਮੈਂ ਤੁਹਾਨੂੰ ਦੇਣਾ, ਮੈਂ ਤੁਹਾਨੂੰ ਉਹਦਾ ਵੀ ਜਵਾਬ ਮੈਂ ਤੁਹਾਨੂੰ ਉਹਦਾ ਵੀ ਜਵਾਬ ਦੇ ਦੇਣਾ। ਸਿਰਸਾ ਸਾਹਿਬ ਜੋ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਕਿ ਕਿਹੜਾ ਚਿਹਰਾ ਹੈਗਾ ਜੋ ਸਿੱਖਾਂ ਦੇ ਨਾਲ ਖੜਾ ਹੁੰਦਾ, ਇਹ ਪੂਰੇ ਕਿਸਾਨੀ ਅੰਦੋਲਨ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਹੋਰ तमाम ਥਾਵਾਂ ਤੇ ਜਿੱਥੇ ਜਾ ਕੇ ਤੁਸੀਂ ਮੁੱਦੇ ਚੁੱਕੇ ਨੇ ਸਿੱਖਾਂ ਦੇ, ਉਹ ਹਰ ਉਹ ਬਸ਼ਿੰਦਾ ਇਸ ਹੱਕ ਦੇ ਵਿੱਚ ਉਤਰਦਾ ਹੈ ਕਿ ਸਿਰਸਾ ਸਾਹਿਬ ਨੇ ਹਮੇਸ਼ਾ ਸਾਡੀ ਗੱਲ ਕੀਤੀ ਹੈ। ਲੇਕਿਨ ਹਰ ਉਹ ਬਸ਼ਿੰਦਾ, ਹਰ ਉਹ ਸ਼ਖਸ ਅੱਜ ਦੁਖੀ ਵੀ ਹੈ ਕਿ ਸਿਰਸਾ ਸਾਹਿਬ ਨੇ ਭਾਜਪਾ ਦੇ ਨਾਲ ਜਾ ਕੇ ਹੱਥ ਫੜ ਲਿਆ ਉਹਨਾਂ ਦਾ। ਬਿਲਕੁਲ ਲੰਕੇਸ਼ ਜੀ, ਇਹਦਾ ਸਵਾਲ ਦਾ ਮੈਂ ਤੁਹਾਨੂੰ ਪੁੱਛਣ ਇਹੀ ਕਾਰਨ ਸੀਗਾ ਕਿਉਂਕਿ ਤੁਸੀਂ ਜਿਹੜੀ ਗੱਲ ਕਹੀ 100% ਹੀ ਠੀਕ ਆ। ਦੇਖੋ 3 ਤਰ੍ਹਾਂ ਦੇ ਲੋਕ ਗੱਲਾਂ ਕਰ ਰਹੇ ਨੇ, ਮੇਰੇ ਹਜ਼ਾਰਾਂ, ਮੈਂ ਤੁਹਾਨੂੰ ਦੱਸ ਰਿਹਾ ਹਜ਼ਾਰਾਂ ਲੋਕਾਂ ਨੇ ਇਸ ਗੱਲ ਨੂੰ ਵਧਾਈ ਦਿੱਤੀ ਆ। ਮੇਰੇ ਵੀ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਜਿਨ੍ਹਾਂ ਨੇ ਮੇਰੀ ਪੋਸਟ ਨੂੰ ਸ਼ੇਅਰ ਕਰਦੇ ਨੇ, ਉਹਨਾਂ ਦੇ ਕਰਕੇ ਹੀ ਮੇਰੀ ਵੀ ਪਪੂਲੈਰਿਟੀ, ਮੇਰੀ ਕੋਈ ਆਪਣੀ ਪਪੂਲੈਰਿਟੀ ਆਪੇ ਤਾਂ ਬਣ ਨਹੀਂ ਸਕਦੀ। ਉਹਨਾਂ ਨੇ ਸਵਾਲ ਵੀ ਚੁੱਕੇ ਨੇ। ਦੂਜੇ ਲੋਕ ਉਹ ਨੇ ਜਿਨ੍ਹਾਂ ਨੇ ਮਾੜਾ ਬੋਲਿਆ ਔਰ ਥੱਲੇ ਗਾਲਾਂ ਵੀ ਲਿਖੀਆਂ। ਜੀ ਦੇ ਪ੍ਰਕਾਸ਼ ਪੁਰਬ ਤੇ 3 ਕਾਨੂੰਨ ਉਹਨਾਂ ਨੂੰ ਨਵਿਤ ਹੋ ਕੇ ਵਾਪਸ ਹੋਏ ਨੇ, ਇਹਦਾ ਕ੍ਰੈਡਿਟ ਸਿੱਖਾਂ ਨੂੰ ਕੋਈ ਨਹੀਂ ਦੇਣਾ ਚਾਹੁੰਦੇ। ਇਸੇ ਕਰਕੇ ਇੱਥੋਂ ਦੇ ਲੰਬਾ ਖਿੱਚ ਕੇ ਲਿਆਂਦਾ ਗਿਆ ਤਾਂ ਕਿ ਉਹ ਲੋਕ ਜਿਹੜੇ ਵਿੱਚ ਬੈਠੇ ਸੀ, ਜਿਹੜਾ ਇਹਨੂੰ ਸਿੱਖ ਵਰਸਸ ਸਟੇਟ ਬਣਾਉਣਾ ਚਾਹੁੰਦੇ ਸੀ, ਸਿੱਖ ਵਰਸਸ ਹਿੰਦੂ ਬਣਾਉਣਾ ਚਾਹੁੰਦੇ ਸੀ, ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਸਕਣ, ਉਹ ਇਹ ਸੋਚਦੇ ਸੀ। ਦੂਜਾ ਮਸਲਾ ਇਹੀ ਜਿਹੜਾ ਤੁਸੀਂ ਲੈ ਕੇ ਆਂਦਾ, ਅੱਜ ਜਿਹੜੇ ਲੋਕ ਮੇਰੇ ਤੋਂ ਉਮੀਦਾਂ ਕਰਦੇ, ਜਿਵੇਂ ਜੰਮੂ ਕਸ਼ਮੀਰ ਦੀ ਤੁਸੀਂ ਗੱਲ ਕੀਤੀ ਆ, ਉਹ ਮਸਲੇ ਹੱਲ ਕਰਨ ਵਾਸਤੇ
ਸ਼੍ਰੋਮਣੀ ਅਕਾਲੀ ਦਲ ਅੱਜ ਸਮਰੱਥ ਨਹੀਂ ਹੈਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੇਵਲ ਔਰ ਕੇਵਲ ਪੰਜਾਬ ਦੀ ਇੱਕ ਸੀਮਾ ਤੱਕ ਸਿਮਟ ਕੇ ਰਹਿ ਗਈ ਪਾਰਟੀ ਹੈ ਜਿਹੜੀ ਰਾਜ ਸੱਤਾ ਦੀ ਲੜਾਈ ਲੜ ਰਹੀ ਹੈ। ਇਸ ਤੋਂ ਜ਼ਿਆਦਾ ਉਹਨਾਂ ਦੀ ਕੋਈ ਸੋਚ ਨਹੀਂ ਰਹੇਗੀ। ਉਹਦਾ ਮੈਂ ਲੰਕੇਸ਼ ਜੀ ਤੁਹਾਨੂੰ ਮੂੰਹ ਜ਼ਬਾਨੀ ਐਵੇਂ ਗੱਲਾਂ ਨਹੀਂ ਕਰੂੰਗਾ, ਪਰ ਕਿ ਮੈਂ ਤੁਹਾਨੂੰ ਤੱਥਾਂ ਦੇ ਨਾਲ ਉਹਦੀ ਗੱਲ ਕਰੂੰਗਾ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਸੀਗੀ ਭਾਰਤੀ ਜਨਤਾ ਪਾਰਟੀ ਦੇ ਨਾਲ, ਤੇ ਜੇ ਯੂਪੀ ਦੇ ਅੰਦਰ ਮਾਇਆਵਤੀ ਜੀ ਦੀ ਸਰਕਾਰ ਸੀ ਤਾਂ ਉਹ ਕਹਿੰਦੇ ਸੀ ਵੀ ਨਹੀਂ, ਤੁਸੀਂ ਮਾਇਆਵਤੀ ਦੀ ਸਰਕਾਰ ਦੇ ਨਾਲ ਸਾਥ ਨਹੀਂ ਦੇਣਾ, ਭਾਜਪਾ ਦਾ ਸਾਥ ਦੇਣਾ, ਜਿਹਦੀ ਸਰਕਾਰ ਹੀ ਨਹੀਂ ਉੱਥੇ ਬਣਦੀ ਪਈ ਸੀ। ਫਿਰ ਅਖਿਲੇਸ਼ ਦੀ ਸਰਕਾਰ ਆ ਗਈ, ਕਹਿੰਦੇ ਨਾ, ਸਾਥ ਅਖਿਲੇਸ਼ ਦਾ ਨਹੀਂ ਦੇਣਾ, ਸਾਥ ਭਾਜਪਾ ਦਾ ਦੇਣਾ, ਜਿਹਦੀ ਸਰਕਾਰ ਹੀ ਨਹੀਂ ਬਣਦੀ ਪਈ। ਫਿਰ ਮਾਇਆਵਤੀ ਦੀ ਸਰਕਾਰ ਆ ਗਈ, ਕਹਿੰਦੇ ਨਹੀਂ, ਸਾਥ ਭਾਜਪਾ ਦਾ ਨਹੀਂ ਦੇਣਾ, ਭਾਜਪਾ ਦਾ ਦੇਣਾ, ਮਾਇਆਵਤੀ ਦਾ ਦੇਣਾ। ਅੱਜ ਉਹਨਾਂ ਨੂੰ ਉਹੀ ਭਾਜਪਾ ਜਦੋਂ ਛੱਡਤੀ, ਹੁਣ ਕਹਿੰਦੇ ਮਾਇਆਵਤੀ ਦਾ ਸਾਥ ਦੇ ਦਿਓ ਯੂਪੀ ਦੇ ਸਿੱਖਾਂ ਨੂੰ। ਯੂਪੀ ਦੇ ਸਿੱਖ ਪੁੱਛਦੇ ਕਿਉਂ ਭਾਈ, ਅਸੀਂ ਖਰੀਦੇ ਹੋਏ ਹਾਂ ਤੁਹਾਡੇ, ਅਸੀਂ ਖਰੀਦੇ ਹੋਏ ਹਾਂ ਤੁਹਾਡੇ। ਸਰਦਾਰ ਸਾਹਿਬ, ਪ੍ਰੋਬਲਮ ਕਿੱਥੇ ਆ ਰਹੀ ਆ? ਸ਼੍ਰੋਮਣੀ ਅਕਾਲੀ ਦਲ 10 ਸਾਲ ਸੱਤਾ 'ਚ ਰਹੀ ਆ, ਅਸੀਂ ਉਹਦੇ ਨਾਲ ਆ, ਅਸੀਂ ਤਾਂ ਉਹਨਾਂ ਦੇ ਬੜੇ ਛੋਟੇ ਜਿਹੇ ਲੋਕ ਆ ਉਸ ਪਾਰਟੀ ਦੇ ਅੰਦਰ, ਤੇ ਬਹੁਤ ਵੱਡੇ ਵੱਡੇ ਚਿਹਰੇ ਨੇ, ਬਹੁਤ ਵੱਡੇ ਵੱਡੇ ਲੋਕ ਨੇ ਉਸ ਪਾਰਟੀ ਦੇ ਅੰਦਰ, ਪਰ ਕਦੀ ਕਿਸੇ ਨੇ ਦੇਸ਼ ਦੇ ਸਿੱਖ ਦੀ ਬਾਂਹ ਫੜੀ ਆ? ਜੰਮੂ ਕਸ਼ਮੀਰ ਦਾ ਸਿੱਖ ਪੁੱਛਦਾ ਭਾਈ ਮੇਰਾ ਦੱਸੋ ਕੀ ਕਸੂਰ ਆ, ਮੇਰਾ ਹੱਲ ਕੌਣ ਕਰੂਗਾ? ਨੁਮਾਇੰਦਾ ਜਥੇਬੰਦੀ ਤੇ ਸ਼੍ਰੋਮਣੀ ਅਕਾਲੀ ਦਲ ਸੀ ਨਾ। ਮਹਾਰਾਸ਼ਟਰ ਦੇ ਸਿੱਖ ਪੁੱਛ ਰਿਹਾ, ਅੱਜ ਮੱਧ ਪ੍ਰਦੇਸ਼ ਸਿੰਘ। ਮੈਂ ਲੰਕੇਸ਼ ਜੀ ਤੁਹਾਨੂੰ ਮਿਸਾਲ ਦੇ ਕੇ ਵੀ ਦੱਸਦਾ, ਜਿਹੜੇ ਮਸਲੇ ਹੱਲ ਹੋਏ ਨੇ ਨਾ, ਉਹ ਕੇਵਲ ਇਸ ਕਰਕੇ ਹੋਏ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਸੀ, ਉਹਨਾਂ ਨੇ ਕਰਾਏ ਨੇ। ਮੈਂ ਉਹਨਾਂ ਨੂੰ ਅੱਜ ਇਹ ਨਹੀਂ ਡਿਸਕ੍ਰੈਡਿਟ ਨਹੀਂ ਦੇ ਸਕਦੇ, ਭਾਈ ਇਹ ਨਹੀਂ ਕਹਿ ਸਕਦੇ ਕਿ ਅੱਜ ਦੂਜੀ ਪਾਰਟੀ ਚਲੇ ਜਾਂਦੀ। ਸਿਰਸਾ ਸਾਹਿਬ, ਤੁਸੀਂ ਕਹਿੰਦੇ ਹੋ ਕਿ ਪੰਜਾਬ 'ਚ ਸਿਮਟ ਕੇ ਰਹਿ ਗਈ ਅਕਾਲੀ ਦਲ, ਲੇਕਿਨ ਜਦੋਂ ਕੋਈ ਆਪਣਾ ਕੋਈ ਗਲਤ ਰਸਤੇ ਤੇ ਜਾ ਰਿਹਾ ਹੁੰਦਾ ਹੈ ਜਾਂ ਕੋਈ ਗਲਤ ਡਾਇਰੈਕਸ਼ਨ ਚੁਣਦਾ, ਤੇ ਸਾਡਾ ਤਾਂ ਇਹ ਮਕਸਦ ਹੁੰਦਾ ਜਾਂ ਫਰਜ਼ ਹੁੰਦਾ ਕਿ ਅਸੀਂ ਉਹਨੂੰ ਸਮਝਾਈਏ, ਉਹਨੂੰ ਜਾ ਕੇ ਦੱਸੀਏ। ਸੁਖਬੀਰ ਸਿੰਘ ਬਾਦਲ ਦੇ ਤੁਸੀਂ ਲੋਕ ਕਹਿੰਦੇ ਨੇ ਕਿ ਤੁਸੀਂ ਪਰਛਾਵਾਂ ਸੀਗੇ ਇੱਕ ਹਿਸਾਬ ਦਾ, ਯੂ ਆਰ ਦਾ ਸ਼ੈਡੋ। ਤੁਸੀਂ ਉਹਨਾਂ ਨੂੰ ਸਮਝਾ ਸਕਦੇ ਸੀ ਕਿ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਹੋ ਸਕਦੀਆਂ ਸੀਗੀਆਂ, ਮਸਲੇ ਜਿਹੜੇ ਸੀਗੇ ਹੱਲ ਹੋ ਸਕਦੇ ਸੀਗੇ, ਲੇਕਿਨ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ 'ਚ ਜਾਣਾ ਇਹ ਸਵਾਲ ਖੜੇ ਕਰਦਾ ਜੀ। ਠੀਕ, ਬਿਲਕੁਲ ਠੀਕ ਹੈ ਲੰਕੇਸ਼ ਜੀ, ਤੁਸੀਂ ਜਿਹੜਾ ਵਰਡ ਕਿਹਾ ਇਹੀ ਕੀਤਾ, ਮੈਂ ਉਹਨਾਂ ਨੂੰ ਇਹ ਗੱਲਾਂ ਸਮਝਾਈਆਂ। ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਲਕੁਲ ਪਰਛਾਵਾਂ ਸੀ ਔਰ ਬੜਾ ਮਾਣ ਬਖਸ਼ਿਆ ਸਾਰੇ ਪਰਿਵਾਰ ਨੇ। ਮੈਂ ਇੱਕ ਤਾਂ ਹੀ ਮੈਂ ਕਹਿੰਦਾ ਮੇਰੀ ਹੈਸੀਅਤ ਨਹੀਂ ਹੈਗੀ ਉਹਨਾਂ ਦੇ ਖਿਲਾਫ ਬੋਲਣ ਦੀ, ਇੱਕ ਲਾਈਨ ਬੋਲਣ ਦੀ ਨਹੀਂ ਹੈਗੀ, ਮੈਂ ਨਾ ਹੀ ਉਹਨਾਂ ਦੇ ਖਿਲਾਫ ਬੋਲੂੰ, ਪਰ ਮੈਂ ਤੇ ਕੇਵਲ ਪਾਲਿਸਿਸ ਦੀ ਗੱਲ ਕਰਦਾ ਪਿਆ, ਮੇਰਾ ਵਿਅਕਤੀਗਤ ਕੋਈ ਨਹੀਂ। ਮੈਂ ਉਹਨਾਂ ਨੂੰ ਇਹ ਗੱਲ ਸਮਝਾਈ ਆ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਜੇ ਕਿ ਸਾਨੂੰ ਸਿਰਸਾ ਨੇ ਟੀਵੀ ਤੇ ਗੱਲ ਕਹੀ, ਮੈਂ ਉਹਨਾਂ ਨੂੰ ਗੱਲਾਂ ਕਹੀਆਂ ਕਿ ਆਪਾਂ ਨੂੰ ਦਿੱਲੀ ਤੋਂ ਦੇਸ਼ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਗੱਲ ਕਰਨੀ ਚਾਹੀਦੀ ਹੈ, ਆਪਾਂ ਉਹਨਾਂ ਦੇ ਮਸਲੇ ਹੱਲ ਕਰਾਈਏ। ਸੁਖਬੀਰ ਜੀ, ਜੇ ਆਪਾਂ ਉਹਨਾਂ ਦੇ ਕੰਮ ਕਰਾਂਗੇ ਤਾਂ ਹੀ ਦੇਸ਼ ਦੇ ਸਿੱਖ ਆਪਣੀ ਜਿਹੜੀ ਆਪਾਂ ਕਹਿੰਦੇ ਹਾਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ, ਫਿਰ ਨੁਮਾਇੰਦਾ ਜਥੇਬੰਦੀ ਕਿਵੇਂ ਆ ਜੇ ਆਪਾਂ ਹੱਲ ਨਹੀਂ ਕਰ ਸਕਦੇ? ਮੈਨੂੰ ਉਹਨਾਂ ਨੇ ਕਿਹਾ ਬਿਲਕੁਲ ਠੀਕ ਗਲਤ ਮੇਰੇ ਕਹਿਣ ਤੇ ਉਹਨਾਂ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਵੀ ਟਾਈਮ ਲੈ ਕੇ ਦਿੱਤਾ ਰਾਮ ਮਿਸ਼ਾ ਤੋਂ, ਮੇਰੇ ਕਹਿਣ ਤੋਂ ਮੇਰੇ ਨਾਲ ਮੱਧ ਪ੍ਰਦੇਸ਼ ਵੀ ਗਏ, ਪਰ ਅੱਜ ਉਹਨਾਂ ਦੀ ਸਥਿਤੀ ਰਹੀ ਨਹੀਂ ਕਿਉਂਕਿ ਉਹਨਾਂ ਦੀ ਪਰਿਸਥਿਤੀਆਂ ਬਣ ਗਈਆਂ ਨੇ ਰਾਜ ਸੱਤਾ ਦੇ ਵਾਸਤੇ। ਪੰਜਾਬ ਦੀ ਲੜਾਈ ਲੜਨਾ ਸੁਭਾਵਿਕ ਤੌਰ ਤੇ ਆ, ਉਸ ਲੜਾਈ ਦੇ ਅੰਦਰ ਉਹ ਜਿਸ ਤਰੀਕੇ ਨਾਲ ਲੜਾਈ ਜਿੱਤੀ ਜਾ ਸਕਦੀ ਹੈ ਉਹ ਰਣਨੀਤੀ ਬਣਾਉਣਗੇ। ਬਾਕੀ ਪੰਜਾਬ ਦੀ ਰਣਨੀਤੀ ਦੇ ਵਾਸਤੇ ਉਹ ਨਹੀਂ ਸੋਚ ਪਾ ਰਹੇ ਕਿਉਂਕਿ ਉਹਨਾਂ ਨੇ ਬਹੁਤ ਲੇਟ ਹੋ ਗਏ। ਇਹ ਪਹਿਲਾਂ ਕਨਸੈਪਟ ਤੈਅ ਕਰਦੇ, ਬਾਹਰ ਦੇ ਸਿੱਖਾਂ ਨੂੰ ਆਪਣੀ ਤਾਕਤ ਦਿੰਦੇ ਔਰ ਆਪਣੇ ਸੂਬੇ 'ਚ ਆਪਣੀ ਲੜਾਈ ਲੜਦੇ, ਉਹ ਐਸਾ ਕੁਝ ਨਾ ਕਰ ਸਕੇ। ਔਰ ਅੱਜ ਜਿਹੜੇ ਸਿੱਖ ਨੇ ਉਹ ਇੰਤਜ਼ਾਰ ਕਰਦੇ ਪਏ ਸਾਡੀ ਗੱਲ ਕੌਣ ਸੁਣੇਗਾ। ਬਿਲਕੁਲ ਤੁਸੀਂ ਠੀਕ ਕਿਹਾ, ਮੈਂ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ ਆ ਔਰ ਉਸ ਕੋਸ਼ਿਸ਼ ਅੰਦਰ ਉਹਨੇ ਮੇਰਾ ਸਾਥ ਵੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਜਿਸ ਸਥਿਤੀ 'ਚ ਖੜੇ ਨੇ ਉਸ ਸਥਿਤੀ ਅੰਦਰ ਉਹ ਕੁਝ ਵੀ ਨਹੀਂ ਕਰ ਸਕਦੇ। ਹੀ ਇਜ਼ ਆਲਸੋ ਹੈਲਪਲੈਸ। ਤੁਸੀਂ ਸਿਰਸਾ ਸਾਹਿਬ ਇੱਕ ਚੀਜ਼ ਹੋਰ ਕਹਿੰਦੇ ਹੋ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਇਨਰ ਸਰਕਲ ਹੈ ਉਹਨਾਂ ਦਾ, ਉਹ ਕਿਤੇ ਨਾ ਕਿਤੇ ਘਾਣ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ। ਜੇ ਅੱਜ ਕੋਈ ਜੋ ਉਹਨਾਂ ਦੀਆਂ ਪਰਿਸਥਿਤੀਆਂ ਬਣੀਆਂ ਹੋਈਆਂ ਪੰਜਾਬ ਦੇ ਵਿੱਚ, ਉਹਨਾਂ ਦਾ ਜ਼ਿੰਮੇਵਾਰ ਉਹ 7-8 ਲੋਕ ਹੈਗੇ ਨੇ ਜੋ ਉਹਨਾਂ ਦੇ ਘਰ ਆਉਂਦੇ ਜਾਂਦੇ ਆ। ਕੌਣ ਲੋਕ ਨੇ ਤੇ ਉਹਨਾਂ ਦਾ ਕਿਸ ਤਰੀਕੇ ਦੇ? ਪਹਿਲੀ ਗੱਲ ਸੁਣੋ, ਮੈਂ ਕਿਸੇ ਦਾ ਨਾਮ ਨਹੀਂ, ਮੈਂ ਕਿਉਂ ਲਊਂਗਾ ਕਿਸੇ ਦਾ ਨਾਮ? ਦੇਖੋ, ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਗੱਲ ਕਹੀ ਹੋਈ ਹੈ, ਐਸਾ ਨਹੀਂ ਮੈਂ ਨਹੀਂ ਕਹੀ। ਮੈਂ ਉਹਨਾਂ ਨੂੰ ਫੋਨ ਕਰਦਾ ਸੀ ਰਾਤ ਨੂੰ, ਮੈਂ ਕਿਹਾ ਜੀ ਆ ਤੁਸੀਂ ਕੀ ਕੀਤਾ ਹੈ? ਆ ਮੈਂ ਕਿਹਾ ਜਿਹੜਾ ਤੁਸੀਂ SY ਦਾ ਪ੍ਰਧਾਨ ਨਾਲ ਪਿਲਾ ਕੇ ਫੋਟੋ ਪਾਉਂਦੇ ਪਏ ਜੇ, ਇਹ ਠੀਕ ਆ ਗੱਲ? ਇਹ ਕੌਮ ਨੂੰ ਸਵੀਕਾਰ ਹੋਊਗਾ? ਇਹ ਕਿਹੋ ਜਿਹੇ ਲੋਕਾਂ ਨਾਲ ਤੁਸੀਂ ਚੁੱਕ ਕੇ ਫੋਟੋ ਪਾਈ ਆ? ਸਟੇਟਸ ਆ ਤੁਹਾਡਾ?
ਮੈਂ ਕਹਿੰਦਾ ਸੀ ਉਹਨਾਂ ਨੂੰ, ਪੁੱਛ ਲਿਓ ਅਗਰ ਮੈਂ ਨਾ ਕਹੀ ਹੋਵੇ ਗੱਲ ਤੇ। ਜਦੋਂ ਮੈਨੂੰ ਦੁੱਖ ਹੁੰਦਾ ਸੀ ਮੈਂ ਰਾਤ ਨੂੰ ਫੋਨ ਕਰਕੇ ਕਹਿੰਦਾ ਸੀਗਾ ਆਹ ਗੱਲ ਤੁਸੀਂ ਚੰਗਾ ਨਹੀਂ ਕੀਤਾ। ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦਾ ਸੀ ਜਿਹੜੇ ਲੋਕ ਤੁਹਾਡੇ ਨਾਲ ਤਰਦ, ਉਹਨਾਂ ਦੀ ਗੱਡੀ ਚੋਂ ਕੌਣ ਨਿਕਲਣਾ ਚਾਹੀਦਾ? ਉਹਨਾਂ ਦੀ ਗੱਡੀ ਚੋਂ ਜਥੇਦਾਰ ਤੋਤਾ ਸਿੰਘ ਵਰਗੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਟਾਲਵਰਟਸ ਨੇ ਉਹ ਨਿਕਲਣੇ ਚਾਹੀਦੇ ਨੇ। ਉਹਨਾਂ ਦੀ ਗੱਡੀ ਚੋਂ ਜਿਹੜੇ ਅਟਵਾਲ ਸਾਹਿਬ ਵਰਗੇ ਸਪੀਕਰ ਜਿਹੜੇ ਸੀਨੀਅਰ ਲੋਕ ਨੇ ਉਹ ਨਿਕਲਣੇ ਚਾਹੀਦੇ ਨੇ। ਉਹਨਾਂ ਦੀ ਗੱਡੀ ਚੋਂ ਬ੍ਰਹਮਪੁਰਾ ਸਾਹਿਬ ਵਰਗੇ ਸੀਨੀਅਰ ਜਾਂ ਢੀਂਡਸਾ ਸਾਹਿਬ ਵਰਗੇ ਸੀਨੀਅਰ ਲੋਕ ਜਿਹੜੇ ਸੀਗੇ ਉਹਨਾਂ ਦੀ ਗੱਡੀ ਚੋਂ ਬਾਹਰ ਨਾਲ ਉਹਨਾਂ ਦੇ ਨਿਕਲਣੇ ਚਾਹੀਦੇ ਸੀ। ਉਹਨਾਂ ਦੀ ਗੱਡੀ ਚੋਂ ਜਿਹੋ ਜਿਹੇ ਲੋਕ ਨਿਕਲਦੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਜਿਨ੍ਹਾਂ ਨੂੰ ਸਿੱਖੀ ਦਾ, ਜਿਨ੍ਹਾਂ ਦੀਆਂ ਮੈਂ ਮਾਫ ਕਰਨਾ, ਮੈਨੂੰ ਮੈਂ ਹੱਥ ਬੰਨ੍ਹ ਕੇ ਬਾਦਲ ਸਾਹਿਬ ਮੈਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦਾ ਔਰ ਮੈਂ ਸਾਰੇ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮੇਰੀ ਔਕਾਤ ਨਹੀਂ ਕਿ ਮੈਂ ਕਿਸੇ ਨੂੰ ਸਲਾਹ ਦੇ ਸਕਾਂ, ਮੈਂ ਏਡੀ ਹੈਸੀਅਤ ਨਹੀਂ, ਪਰ ਮੈਂ ਕਹਿਣਾ ਚਾਹੁੰਦਾ ਹੈ ਜਿਨ੍ਹਾਂ ਨੂੰ ਸਿੱਖੀ ਦਾ ਨਹੀਂ ਪਤਾ, ਜਿਹਨਾਂ ਦੀਆਂ ਦਾੜੀਆਂ ਮੁੰਨੀਆਂ ਨੇ, ਹੁਣ ਉਹ ਸਿੱਖੀ ਦਾ ਆ ਕੇ ਗਿਆਨ ਦਿੰਦੇ ਸੀ ਉੱਥੇ। ਮਾਫ ਕਰਿਓ, ਕਈ ਰਾਤ ਤੇ ਕੌੜਾ ਘੁੱਟ ਜ਼ਹਿਰ ਪੀਣ ਦੇ ਬਰਾਬਰ ਹੁੰਦਾ ਸੀ। ਇਹ ਹੁਣ ਜਵਾਬ ਇਹ ਦੱਸਣਗੇ ਸਿੱਖੀ ਕੀ ਆ। ਇੱਕ ਉਹਨਾਂ ਦਾ ਹੋਰ ਚਮਚਾ ਹੈ, ਬਾਦਲ ਸਾਹਿਬ ਵੀ ਸਮਝ ਗਏ ਹੋਣਗੇ, ਉਹ ਚਮਚਾ ਵੀ ਸਮਝ ਗਿਆ ਹੋਊਗਾ। ਕਹਿੰਦਾ ਜੇ ਮੇਰਾ ਬਸ ਚੱਲਦਾ ਮੈਂ ਸਿਰਸੇ ਨੂੰ ਪ੍ਰਧਾਨ ਨਹੀਂ ਬਣਨ ਦੇਣਾ ਸੀ। ਅੱਛਾ, ਆਪਣੀ ਦਾੜੀ ਵੱਲ ਤੇ ਦੇਖ ਲਾ, ਪਹਿਲਾਂ ਆਪਣੇ ਚਿਹਰੇ ਵੱਲ ਤੇ ਦੇਖ ਲਾ। ਇਹਨਾਂ ਲੋਕਾਂ ਨੇ ਨੁਕਸਾਨ ਕੀਤਾ ਹੈ, ਇਸ ਘੇਰੇ ਨੇ ਨੁਕਸਾਨ ਕੀਤਾ ਹੈ। ਕਹਿੰਦੇ ਮੇਰੀ ਬੇਨਤੀ ਸੁਣੋ, ਜਵਾਨੀ ਦੇ ਬੰਦੇ ਨਾਲ ਰਹੋਗੇ ਤੁਹਾਨੂੰ ਦੀਵਾਨੀ ਦਾ ਕਰਕੇ ਛੱਡੂਗਾ, ਦੀਵਾਨੀ ਦਾ ਦੋ ਆਨੇ ਦਾ ਕਰਕੇ ਛੱਡੂਗਾ ਜੇ ਤੁਸੀਂ ਜਵਾਨੀ ਦੇ ਬੰਦੇ ਨਾਲ ਰਹੋਗੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਇੰਸਟੀਟਿਊਸ਼ਨ ਆ, ਇੱਕ ਇੰਸਟੀਟਿਊਸ਼ਨ ਆ। ਜੇ ਪੰਜਾਬ ਦੇ ਲੋਕ ਸਮਝਦੇ ਹੋਣ, ਉਹ ਯੂਨੀਵਰਸਿਟੀ ਹੈ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਔਰ ਅੱਜ ਵੀ ਉਹ ਇੰਸਟੀਟਿਊਸ਼ਨ ਹੈ। ਉਹਨਾਂ ਦੇ ਮੂੰਹ ਚੋਂ ਨਿਕਲੀ ਇੱਕ ਗੱਲ ਦੀ ਅਹਿਮੀਅਤ ਆ, ਔਰ ਮੈਂ ਬੜੇ ਫਕਰ ਨਾਲ ਕਹਿਣਾ ਹੈ। ਮੈਨੂੰ 100 ਗਾਲਾਂ ਕੋਈ ਕੱਢ ਦੇ, ਮੈਂ ਬੜੇ ਫਕਰ ਨਾਲ ਕਹਿਣਾ, ਮੈਂ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਗੱਲ ਕਿਹਾ ਕਰਦਾ ਸੀਗਾ, ਸਰਦਾਰ ਬਾਦਲ ਸਾਹਿਬ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਗੱਲ ਜਿਹੜੀ ਆ ਆਪਣੇ ਹਿਰਦੇ ਤੇ ਲਿਖੀ ਹੋਈ ਆ, ਜਿਹੜੀ ਗੱਲ ਆਪਣੇ ਮੂੰਹ ਕੱਢਦੇ ਸੀ ਮੈਂ ਕਹਿੰਦਾ ਸੀ ਇਹ ਲਿਖ ਕੇ ਰੱਖਣ ਵਾਲੀ ਗੱਲ ਆ, ਅਰਬਾਂ ਰੁਪਏ 'ਚ ਗੱਲ ਨਹੀਂ ਦੁਬਾਰਾ ਖਰੀਦੀ ਜਾ ਸਕੂਗੀ, ਕਿਉਂਕਿ ਉਹਨਾਂ ਦੇ ਅੰਦਰ ਜੋ ਦੇਸ਼ ਦੇ ਔਰ ਪ੍ਰਦੇਸ਼ ਦੇ ਪ੍ਰਤੀ ਦਰਦ ਸੀਗਾ ਕਿਸੇ 'ਚ ਨਹੀਂ ਹੈਗਾ। ਉਹਨਾਂ ਦੇ ਮਨ 'ਚ ਸੱਚਾ ਦਰਦ ਸੀਗਾ, ਕਿ ਬਾਕੀ ਤੇ ਢੋਂਗ ਰੱਖ ਕੇ ਦਰਦ ਕਰਦੇ ਨੇ, ਬਾਕੀ ਦਰਦ ਨਹੀਂ ਹੈਗਾ। ਅੱਛਾ ਸਿਰਸਾ ਸਾਹਿਬ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਤੇ ਅੱਧੀ ਰਾਤ ਨੂੰ ਵੀ ਫੋਨ ਕਰ ਦਿੰਦਾ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਇਹ ਰੁਤਬਾ ਤੁਹਾਨੂੰ ਭਾਜਪਾ ਦੇ ਵਿੱਚ ਮਿਲੇਗਾ ਜਿਨ੍ਹਾਂ ਨੇ ਤੁਹਾਡੀ ਜੁਆਇਨਿੰਗ ਕਰਵਾਈ ਹੈ, ਕੀ ਤੁਸੀਂ ਉਹਨਾਂ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕੋਗੇ? ਕਿਉਂਕਿ ਕਿਹਾ ਜਾਂਦਾ ਹੈ ਕਿ ਭਾਜਪਾ ਜੋ ਹੈਗੀ ਹੈ ਦੋ ਬੰਦਿਆਂ ਦੇ ਸਿਰ ਤੇ ਹੀ ਚੱਲਦੀ ਹੈ, ਦੋ ਬੰਦੇ ਡਿਸੀਜਨ ਲੈਂਦੇ ਚਾਰ ਦੀਵਾਰੀ ਦੇ ਵਿੱਚ ਤੇ ਗੱਲ ਮੁੱਕ ਜਾਂਦੀ ਹੈ। ਤੁਸੀਂ ਆਪਣਾ ਰੁਤਬਾ, ਆਪਣਾ ਵਜੂਦ, ਆਪਣੀ ਬੁਨਿਆਦ ਉਸ ਤਰੀਕੇ ਨਾਲ ਕਾਇਮ ਕਰ ਸਕੋਗੇ ਭਾਜਪਾ ਦੇ ਵਿੱਚ ਜੋ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੀ? ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਜੇ ਸਾਡੇ 'ਚ ਕੰਮ ਕਰਨ ਦੀ ਸ਼ਮਤਾ ਹੋਊਗੀ ਤਾਂ ਸਾਡੀ ਗੱਲ ਸੁਣੀ ਜਾਊਗੀ। ਜੇ ਸਾਡੀ ਸ਼ਮਤਾ ਹੀ ਹੋਊਗੀ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅੱਜ ਵੀ ਦੱਸ ਦੇਣ, ਮੈਨੂੰ ਪਾਰਟੀ ਦਾ ਕੋਈ ਆਦਮੀ ਕਣਕੂ ਖੜਾ ਹੋ ਕੇ ਕਹਿ ਦੇਵੇ ਕਿ ਕੋਈ ਉਹਨਾਂ ਮੈਨੂੰ ਐਸਾ ਅੱਜ ਤੱਕ ਮੈਂ ਚੀਜ਼ ਮੰਗੀ ਹੋਵੇ ਜਿਹੜੀ ਮੈਂ ਉਹਨਾਂ ਤੋਂ ਮੰਗ ਕੇ ਲਈ ਹੋਵੇ। ਮੈਂ ਆਪਣੇ ਕੰਮ ਕਰਨ ਦੀ ਸ਼ਮਤਾ, ਮੇਰਾ ਪਿਆਰ ਅਟੱਲ ਹੈ। ਮੈਂ ਨਹੀਂ ਕਹਿ ਸਕਦਾ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਇੱਕ ਵੀ ਚੀਜ਼ ਮੰਗਦਾ ਮੈਨੂੰ ਮਨਾ ਕਰਦੇ, ਕਤਈ ਨਹੀਂ ਕੀਤੀ ਉਹਨਾਂ ਨੇ, ਨਾ ਕਰਦੇ ਕਦੀ ਮੈਨੂੰ ਮਨਾ। ਮੈਂ ਉਹਨਾਂ ਨੂੰ ਫਿਰ ਕਹਾਂ ਮੈਂ ਪਾਰਟੀ ਛੱਡਤੀ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਲੋਕਾਂ ਨੂੰ ਛੋਟਾ ਦੱਸਣ ਲੱਗ ਪਊ, ਜਿਹੜੇ ਵੱਡੇ ਨੂੰ ਵੱਡੇ ਹੀ ਰਹਿਣਗੇ, ਅਸੀਂ ਥੋੜਾ ਵੱਡੇ ਹੋ ਜਾਵਾਂਗੇ। ਵੱਡੇ ਨਹੀਂ, ਉਹਨਾਂ ਨੇ ਵੱਡੇ ਰਹਿਣਾ, ਅਸੀਂ ਤੇ ਛੋਟੇ ਹੀ ਰਹਿਣਾ। ਪਰ ਮੈਂ ਮੰਗਿਆ ਉੱਥੋਂ ਵੀ ਨਹੀਂ, ਮੰਗਣਾ ਇੱਥੋਂ ਵੀ ਨਹੀਂ। ਜਦੋਂ ਮੈਂ ਮੰਗਣਾ ਹੀ ਨਹੀਂ, ਮੇਰਾ ਕਿਉਂ ਨਹੀਂ ਭਾਈ ਗੱਲ ਸੁਣੀ ਜਾਊਗੀ? ਮੈਂ ਦੱਸਦਾ, ਮੈਂ 1 ਤਰੀਕ ਨੂੰ ਜੁਆਇਨ ਕੀਤਾ ਹੈ, ਠੀਕ ਆ। 1 ਤਰੀਕ ਦੀ ਰਾਤ ਨੂੰ ਮੈਂ ਅਮਿਤ ਸ਼ਾਹ ਜੀ ਦੇ ਘਰ 12:30 ਵਜੇ ਤੱਕ ਉਹਨਾਂ ਦੇ ਨਾਲ ਸੀ। ਸਿਕਿਉਰਿਟੀ ਥ੍ਰੈਟ ਹੋ ਜੂਗੀ, ਪਰ ਤੁਸੀਂ ਛੇਤੀ ਉਹ ਨਿਊਜ਼ ਦੇਖ ਲਓਗੇ। ਜਿਸ ਤਰੀਕੇ ਲੈ ਕੇ ਆ ਰਹੇ ਤੁਸੀਂ ਦੇਖੋਗੇ, ਤੁਸੀਂ ਉਦੋਂ ਕਹੋਗੇ ਕਿ ਵਾਕਈ ਯਾਰ ਇਹ ਤੇ ਬਹੁਤ ਅੱਛਾ ਕੰਮ ਕਰਤਾ ਸਿਰਸਾ ਜੀ ਤੁਸੀਂ। ਮੈਂ ਨਹੀਂ ਕਹਿੰਦਾ ਮੇਰਾ ਉੱਥੇ ਐਕਸੈਸ ਹੋਊਗਾ, ਮੈਨੂੰ ਨਹੀਂ ਪਤਾ, ਇਹ ਉਹਨਾਂ ਤੇ ਨਿਰਭਰ ਕਰਦਾ। ਪਰ ਮੈਂ ਕਹਿੰਦਾ ਕਿ ਜੇ ਮੈਂ ਕੰਮ ਕਰਨ ਦੀ ਸ਼ਮਤਾ ਰੱਖ ਦਊਂਗਾ ਤੇ ਜੇ ਉਹਨਾਂ ਨੂੰ ਮੈਂ ਮਜਬੂਰੀ ਬਣ ਜਾਊਂਗਾ ਕੰਮਾਂ ਦੇ ਨਾਲ, ਉਹ ਮੈਨੂੰ ਸੁਣ ਲੈਣਗੇ। ਤੇ ਜੇ ਮੈਂ ਆਪਣੇ ਬੱਚਿਆਂ ਦੀ ਨੌਕਰੀਆਂ ਲੈਣ ਜਾਊਂਗਾ, ਵਪਾਰ ਦੀ ਗੱਲਾਂ ਕਰਨ ਜਾਊਂਗਾ, ਮੈਂ ਆਪਣੇ ਪਰਿਵਾਰਾਂ ਨੂੰ ਜਗ੍ਹਾ ਦਿਵਾਉਣ ਚਾਹੂੰਗਾ, ਭਾਈ ਫਿਰ ਕੋਈ ਮੈਨੂੰ ਆਪਣੇ ਘਰ ਨਹੀਂ ਬਣਨ ਦੂਗਾ। ਅਗਲੇ ਦਿਨ ਚੱਲਦਾ ਕਰ ਦੂ ਮੈਨੂੰ, ਕੋਈ ਭਾਈ ਅਗਲੇ ਦੇ ਘਰ ਚੱਲ, ਇਸ ਘਰ 'ਚ ਰਹਿਣ ਦੀ ਲੋੜ ਨਹੀਂ ਤੈਨੂੰ। ਇਹ ਕੌਣ ਕਰਦਾ ਰਿਹਾ ਏਦਾਂ? ਹੁੰਦਾ ਰਿਹਾ ਏਦਾਂ ਪਹਿਲਾਂ? ਨਹੀਂ, ਮੈਂ ਆਪਣੀ ਗੱਲ ਕਰ ਰਿਹਾ। ਮੈਂ ਕਹਿ ਰਿਹਾ ਕਿ ਜੇ ਮੈਂ ਇਹਨਾਂ ਰਸਤੇ ਤੇ ਚੱਲੂਗਾ ਫਿਰ ਮੈਨੂੰ ਕੋਈ, ਮੈਂ ਨਹੀਂ ਕਿਸੇ ਨੂੰ ਕਹਿ ਸਕਦਾ ਮੇਰੀ, ਫਿਰ ਮੈਂ ਕਹਾਂ ਮੇਰੀ ਕੀ ਔਕਾਤ ਹੈ ਕਿ ਮੈਂ ਕਿਸੇ ਦੇ ਬਾਰੇ 'ਚ ਮਾੜਾ ਬੋਲਾਂ। ਅੱਛਾ ਸਿਰਸਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਅਫਗਾਨਿਸਤਾਨ 'ਚ ਜੋ ਸਾਡੇ ਭਾਈ ਫਸੇ ਹੋਏ ਨੇ ਉਹ ਛੇਤੀ ਵਾਪਸ ਆ ਜਾਣਗੇ, ਜਲਦੀ ਖਬਰ ਮਿਲੇਗੀ। ਕਿਸਾਨ ਵੀ ਕਹਿੰਦੇ ਪਏ ਆ ਕਿ ਜੋ ਸਾਡੇ ਬੰਦਿਆਂ ਤੇ ਪਰਚੇ ਹੋਏ ਅੰਦੋਲਨ ਦੌਰਾਨ ਉਹ ਰੱਦ ਹੋਣੇ ਚਾਹੀਦੇ। ਤੁਸੀਂ ਭਾਜਪਾ ਅੱਗੇ ਇਹ ਉਹਨਾਂ ਦੀ ਗੁਜ਼ਾਰਿਸ਼ ਰੱਖੋਗੇ? ਬਿਲਕੁਲ 100% ਰੱਖੀ ਆ। ਮੈਂ ਪਰਚੇ ਰੱਦ ਹੋਣਗੇ, ਮੈਂ ਬੋਲੂੰਗਾ ਨਹੀਂ, ਜਦੋਂ ਕਰਾਉਂਗਾ ਉਦੋਂ ਦੱਸੂਗਾ। ਮੈਂ ਅੱਜ ਨਹੀਂ ਬੋਲਦਾ ਕੁਝ ਵੀ, ਤੁਹਾਡੇ ਸਾਹਮਣੇ ਆਊਗਾ। ਇੱਕ ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹੈ,
ਅਗਲਾ ਸਮਾਂ ਐਡਾ ਸੁਨਹਿਰੀ ਹੋਊਗਾ। ਸਿੱਖਾਂ ਨੇ ਮਸਲੇ ਜਿਹੜੇ ਕਿੰਨੇ 70 ਸਾਲਾਂ ਤੋਂ ਫਸੇ ਖਲੋਤੇ ਸੀਗੇ, ਕਿਉਂਕਿ ਹਰ ਕੋਈ ਆਪਣੀ ਗੱਲ ਕਰਨ ਜਾਂਦਾ ਸੀ, ਮੇਰੀ ਆਹ ਕਰ ਦੋ, ਮੈਂ ਫਿਰ ਕਹਾਂ ਕਿਸੇ ਨੂੰ ਮਾੜਾ ਨਾ ਕਹਿ ਕੇ। ਪਰ ਮੈਨੂੰ ਇੱਕ ਗੱਲ ਦੱਸ ਦਿਓ ਲੰਕੇਸ਼ ਜੀ, ਤੁਸੀਂ ਬਸ ਮੇਰੇ ਸਵਾਲ ਦਾ ਜਵਾਬ ਦੇ ਦਿਓ, ਜੇ ਤੁਹਾਡੇ ਲੋਕਾਂ ਦਾ ਜਵਾਬ ਉਹੀ ਮੰਨ ਲੂੰਗਾ ਮੈਂ। ਜੇ ਦਿੱਲੀ 'ਚ 70 ਸਾਲ ਬਾਅਦ ਸਿੱਖਾਂ ਨੂੰ ਸਿੱਖ ਯੂਨੀਵਰਸਿਟੀ ਮਿਲ ਜੇ, ਮੇਰੇ ਜਾਣ ਦੇ ਨਾਲ ਨਾ ਜਾਣ ਨਾਲ ਕੋਈ ਫਰਕ ਨਹੀਂ ਪਊ ਫਿਰ? ਜੇ ਸਿੱਖਾਂ ਨੂੰ ਗਿਆਨ ਗੋਦੜੀ ਗੁਰਦੁਆਰੇ ਜਗ੍ਹਾ ਜਿਹੜੀ ਕਿ ਉਹ ਪਤਾ ਨਹੀਂ 20 ਸਾਲ 15 ਸਾਲ ਪਹਿਲਾਂ ਦੀ ਲੋਟ ਹੋਈ ਪਈ ਆ, ਉਹ ਜਗ੍ਹਾ ਅੱਜ ਤੱਕ ਨਹੀਂ ਮਿਲ ਪਾਈ, ਜੋ ਮਿਲ ਜਾਵੇ ਤੇ ਫਿਰ ਕੋਈ ਅਫਸੋਸ ਤਾਂ ਨਹੀਂ? ਫਿਰ ਤੇ ਮੈਨੂੰ ਭਾਵੇਂ ਜੋ ਗਾਲਾਂ ਹੋਰ ਕੱਢ ਲੈਣਗੇ ਲੋਕ, ਇਹ ਕਹਿਣਗੇ ਯਾਰ ਚੱਲ ਕੋਈ ਨਹੀਂ, ਮੈਨੂੰ ਕੱਢ ਦੋ, ਮੇਰਾ ਨੁਕਸਾਨ ਹੋ ਜੂ, ਕੋਈ ਗੱਲ ਨਹੀਂ, ਪਰ ਕੌਮ ਦਾ ਫਾਇਦਾ ਤੇ ਹੋ ਜੂ। ਅੱਛਾ, ਇਹ ਸਭ ਜੋ ਚੀਜ਼ਾਂ ਹੈਗੀਆਂ ਨੇ, ਜੋ ਤੁਸੀਂ ਕਹਿੰਦੇ ਪਿਓ ਕਿ ਮੈਂ ਇਹ ਸਭ ਕੁਝ ਕਰਾਵਾਂਗਾ ਸਿੱਖਾਂ ਦੇ ਹੱਕ ਦੇ ਵਿੱਚ, ਇਹ ਜੇ ਤੁਸੀਂ ਅਕਾਲੀ ਦਲ 'ਚ ਰਹਿੰਦੇ ਤਾਂ ਤੁਸੀਂ ਨਹੀਂ ਕਰਵਾ ਸਕਦੇ ਸੀਗੇ? ਨਹੀਂ, ਉੱਥੇ ਮੈਂ ਨਹੀਂ ਕਰਾਉਣਾ ਸੀ ਨਾ, ਉੱਥੇ ਤੇ ਮੈਂ ਤੇ ਉਹਨਾਂ ਨੂੰ ਕੋਸ਼ਿਸ਼ ਹੀ ਕਰਦਾ ਸੀ ਨਾ, ਤੇ ਮੇਰੀ ਕੋਸ਼ਿਸ਼ ਉਹ ਮੰਨਦੇ ਵੀ ਸੀਗੇ। ਐ ਨਹੀਂ ਹੈਗਾ ਮੈਂ ਤੁਹਾਨੂੰ ਫੇਰ ਕਹਾਂ, ਹੁਣ ਮੈਂ ਅੱਜ ਕਹਿ ਦੇਵਾਂ ਅੱਜ ਮੈਂ ਛੱਡਤੀ ਪਾਰਟੀ, ਨਹੀਂ ਜੀ ਨਹੀਂ ਮੈਂ ਕਰਾਈ ਨਹੀਂ, ਸੁਣਦਾ ਨਹੀਂ ਸੀ, ਉਹ ਕਰਨ ਨਹੀਂ ਦਿੰਦੇ ਸੀ, ਐਸੀ ਕੋਈ ਗੱਲ ਨਹੀਂ ਸੀ। ਉਹਨਾਂ ਦੀਆਂ ਸੀਮਾਵਾਂ ਸੀਗੀਆਂ ਜਿਹਦੇ 'ਚ ਉਹਨਾਂ ਦੀ ਗੱਲਬਾਤ ਦੀ ਸੁਣਵਾਈ ਹੁੰਦੀ ਸੀ, ਔਰ ਸੁਣਵਾਈਆਂ ਹੋ ਕੇ ਕੰਮ ਕਰਾਏ ਵੀ ਗਏ, ਐਸਾ ਨਹੀਂ ਕਰਾਏ ਗਏ। ਔਰ ਸੱਜਣ ਕੁਮਾਰ ਦੇ ਕੇਸ ਦੀ ਮੈਂ ਗੱਲ ਕਰਾਂ, ਉਹ SIT ਬਣਾਉਣੀ ਸੀ, ਸਰਦਾਰ ਨੇ ਹਰਸਿਮਰਤ ਕੌਰ ਬਾਦਲ ਦਾ ਬਹੁਤ ਵੱਡਾ ਯੋਗਦਾਨ ਸੀਗਾ। ਜਾਂ ਮੈਂ ਅਗਰ ਕਮਲ ਤਿਆਰ ਕੀਤੇ ਸੀ ਡਾਕੂਮੈਂਟ ਸਾਰੇ, ਇਹ ਕਮਲਨਾਥ ਦਾ ਮੁਕੱਦਮਾ ਸੀਗਾ, ਜਦੋਂ ਮੈਂ ਕਮਲਨਾਥ ਦੇ ਖਿਲਾਫ ਕੇਸ ਖੁਲਾਉਣ ਦੀ ਪਰਮਿਸ਼ਨ ਲਈ ਸੀ, ਤੇ ਮੇਰੇ ਤੇ ਕਾਗਜ਼ ਸੀਗੇ, ਮੇਰਾ ਤੇ ਦਿਮਾਗ ਇਹ ਸੀ ਵੀ ਇਸ ਤਰ੍ਹਾਂ ਖੁੱਲ ਸਕਦਾ ਹੈ, ਲੇਕਿਨ ਕਰਾਇਆ ਤੇ ਉਹਨਾਂ ਨੇ ਜਾ ਕੇ ਮੇਰੇ ਨਾਲ ਸਰਦਾਰ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਗਏ ਸੀ, ਉਹਨਾਂ ਜਾ ਕੇ ਰਾਜਨਾਥ ਦੇ ਕੋਲ ਬਹਿ ਕੇ ਸਾਈਨ ਕਰਾਏ ਸੀਗੇ। ਸੋ ਇਹ ਨਹੀਂ ਹੈਗਾ, ਉਹਨਾਂ ਦੇ ਹੁੰਦਿਆਂ ਵੀ ਕੰਮ ਹੋਏ ਨੇ, ਔਰ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਆ, ਲੇਕਿਨ ਉਹ ਵੀ ਉਦੋਂ ਵੀ ਜਦੋਂ ਅਸੀਂ ਜਿਹੜੀ ਗੱਲ ਕਹਿੰਦੇ ਸੀ ਸਾਡੀ ਕੋਸ਼ਿਸ਼ ਅੱਗੇ ਕਰਦੇ ਸੀ ਕਰਨ ਦੀ, ਉਹ ਕਿੰਨੀ ਸਫਲ ਹੋ ਪਾਉਂਦੀ ਸੀਗੀ, ਉਹ ਉਹਨਾਂ ਨੇ ਜਾ ਕੇ ਗੱਲ ਕਰਨੀ ਹੁੰਦੀ ਸੀ, ਸਾਡੀ ਤਾਂ ਉੱਥੇ ਐਕਸੈਸ ਹੈ ਨਹੀਂ ਸੀਗੀ। ਅੱਛਾ ਸਿਰਸਾ ਸਾਹਿਬ, ਤੁਸੀਂ ਭਾਜਪਾ ਹੀ ਜੁਆਇਨ ਕੀਤੀ ਹੈ ਜਾਂ RSS ਦੀ ਜੋ ਆਈਡੀਓਲੋਜੀ ਹੈ ਉਹਦੇ ਨਾਲ ਵੀ ਸੰਬੰਧ ਰੱਖਦੇ ਹੋ? ਕਿਉਂਕਿ ਸੋਸ਼ਲ ਮੀਡੀਆ ਤਾਂ ਤੁਹਾਨੂੰ ਪਤਾ ਜ਼ਮਾਨਾ ਹੈਗਾ, ਤੁਹਾਡੀਆਂ ਅਲੱਗ-ਅਲੱਗ ਤਰੀਕੇ ਦੇ ਨਾਲ ਫੋਟੋਜ਼ ਵੀ ਲੋਕ ਮੀਮਸ ਬਣਾ ਕੇ ਵਾਇਰਲ ਕਰਦੇ ਪਏ, ਕਿਸੇ 'ਚ ਖਾਕੀ ਨਿੱਕਰ ਹੈ, ਕਿਸੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ। ਤੇ ਸਵਾਲ ਲੋਕਾਂ ਦੇ ਜ਼ਿਹਨ 'ਚ ਇਹ ਵੀ ਹੈਗਾ ਕਿ ਇਕੱਲਾ ਸਿਰਸਾ ਸਾਹਿਬ ਨੇ ਭਾਜਪਾ ਜੁਆਇਨ ਕੀਤੀ ਹੈ ਜਾਂ RSS ਦੇ ਨਾਲ ਵੀ ਹੁਣ ਉਹ ਉਸ ਵਿਚਾਰਧਾਰਾ ਦੇ ਨਾਲ ਹਮਦਰਦੀ ਰੱਖਦੇ ਆ? ਦੇਖੋ, ਪਹਿਲੀ ਗੱਲ ਇਹ ਆ ਕਿ ਦੇਖੋ ਕੋਈ ਨਿੱਕਰ ਪਾ ਕੇ ਕਰੇ ਉਹਨਾਂ ਦੇ ਉੱਤੇ ਉਹਨਾਂ ਦਾ ਕਈ ਲੋਕਾਂ ਨੂੰ ਦਰਦ ਹੋ ਸਕਦਾ ਤਾਂ ਵੀ ਪਾਉਂਦੇ ਹੋਣਗੇ, ਕਈ ਸ਼ਰਾਰਤੀ ਨੇ, ਔਰ ਇਹ IT ਸੈੱਲ ਦੇ ਕੰਮ ਹੁੰਦੇ ਨੇ, ਕੋਈ ਖਾਸ ਗੱਲ ਨਹੀਂ ਹੈਗੀ, ਪਰ ਕਈ ਲੋਕਾਂ ਨੂੰ ਦਰਦ ਵੀ ਹੈਗਾ। ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਹੈਗਾ, ਕਿਉਂਕਿ ਮੈਨੂੰ ਵੀ ਲੋਕ ਮੈਸੇਜ ਕਰਦੇ ਆ ਨਾ, ਮੈਂ ਵੀ ਤੇ ਪੜ੍ਹਦਾ ਮੇਰਾ ਜਿਵੇਂ WhatsApp, ਜਿਵੇਂ ਅੱਜ Facebook ਹੋ, ਅੱਜ ਕੱਲ੍ਹ WhatsApp ਹੋ ਗਿਆ, ਹਰੇਕ ਕੋਲ ਤੇ ਨੰਬਰ ਹੈਗਾ, ਤੇ ਜੋ Facebook ਤੇ ਤਾਂ ਮੈਨੂੰ ਵੀ ਭੇਜ ਸਕਦਾ ਹੈ। ਪਰ ਮੈਂ ਉਹਦੇ 'ਚ ਇਹ ਦੇਖਦਾ ਕਿ ਮੈਂ ਆਪਣਾ ਫੋਨ ਤੁਹਾਨੂੰ ਭੇਜ ਦੂੰਗਾ, ਜੇ ਉਹਦੇ 'ਚ 5000 ਇਸ ਵੇਲੇ WhatsApp ਆਏ ਨੇ ਤੇ ਉਹਦੇ 'ਚ 50 ਲੋਕ ਉਹ ਵੀ ਆਏ ਜਿਹਨਾਂ ਸਾਨੂੰ ਗਾਲਾਂ ਕੱਢੀਆਂ, ਤੇ 500 ਲੋਕ ਉਹ ਵੀ ਨੇ ਜਿਹਨੇ ਸਾਨੂੰ ਨਸੀਹਤ ਦਿੱਤੀ ਆ ਵੀ ਹੁਣ ਚਲੇ ਤੇ ਗਏ ਜੇ, ਪਰ ਜਿੱਥੇ ਖੜੇ ਜੇ ਗੱਲ ਸਿੱਖੀ ਦੀ ਕਰਿਓ ਜੇ। ਹੁਣ ਕੋਈ ਫੋਟੋਆਂ ਕਿਵੇਂ ਪਾਉਣਾ ਚਾਹੁੰਦਾ ਹੈ ਤੇ ਉਹਨਾਂ ਦੇ ਉੱਤੇ ਆ। ਹਾਂ, ਤੁਸੀਂ ਜਿਹੜਾ ਸਵਾਲ ਪੁੱਛਿਆ ਸੀ, ਮੇਰੀ ਸਾਈਕੀ ਔਰ ਮੇਰੀ ਸੋਚ ਇੱਕੋ ਰਹੂਗੀ, ਉਹ ਸਿੱਖੀ ਦੀ ਸੋਚ ਆ। ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਿੱਤੀ ਸੇਧ ਦੇ ਮੁਤਾਬਕ ਆ। ਉਹ ਨਾਮ ਮੇਰੀ ਕੋਈ ਉਹਦੇ ਬਦਲ ਸਕਦਾ ਹੈ ਤੇ ਨਾ ਕਦੀ ਕੋਈ ਬਦਲ ਸਕੇਗਾ। ਹਾਂ, ਮੈਂ ਜਿੱਥੇ ਚੱਲਿਆ ਉੱਥੇ ਜਾ ਕੇ ਲੋਕਾਂ ਦੀ ਸੋਚ ਨੂੰ ਬਦਲਣ ਦੀ ਜ਼ਰੂਰ ਕੋਸ਼ਿਸ਼ ਕਰੂੰਗਾ। ਅੱਛਾ, ਲੱਖਾ ਸਿਧਾਣਾ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਹੋ, ਉਹਨਾਂ ਦੇ ਕੇਸ ਦੇ ਵਿੱਚ ਵੀ ਤੁਸੀਂ ਪ੍ਰਮੁੱਖ ਤੌਰ 'ਤੇ ਅੱਗੇ ਵੱਧ ਕੇ ਉਹਨਾਂ ਦੇ ਲਈ ਲੜਾਈ ਲੜੀ ਹੈ, ਉਹਨਾਂ ਦੀ ਜੰਗ ਦੇ ਵਿੱਚ ਤੁਹਾਡੀ ਸ਼ਮੂਲੀਅਤ ਰਹੀ ਹੈ। ਕਿ ਲੱਖਾ ਸਿਧਾਣਾ ਜੋ ਉਹਨਾਂ ਨੇ ਵੀ ਐਲਾਨ ਕੀਤਾ ਕਿ ਉਹ ਵੀ ਚੋਣਾਂ ਲੜਨਗੇ, ਉਹ ਵੀ ਕੱਲ੍ਹ ਨੂੰ ਦੇਖਿਆ ਜਾ ਸਕਦਾ ਕਿ ਤੁਹਾਡੇ ਨਾਲ ਰਲ ਸਕਦੇ, ਜਾਂ ਤੁਸੀਂ ਉਹਨਾਂ ਨੂੰ ਕੋਸ਼ਿਸ਼ ਕਰੋਗੇ ਕਿ ਭਾਜਪਾ ਦੇ ਨਾਲ ਜੁੜਨ? ਮੈਂ ਬਿਲਕੁਲ ਨਹੀਂ ਕੋਸ਼ਿਸ਼ ਕਰੂੰਗਾ, ਨਾ ਮੈਂ ਕਿਸੇ ਨੂੰ ਰਲਾਉਣ ਦੀ ਕੋਸ਼ਿਸ਼ ਕੀਤੀ ਆ, ਮੈਂ ਨਾ ਰਲਾਉਣ ਦੀ ਕੋਸ਼ਿਸ਼ ਕਰੂੰਗਾ। ਲੱਖਾ ਸਿਧਾਣਾ ਦੇ ਨਾਲ ਜੋ ਮੈਂ ਕੀਤਾ, ਦੀਪ ਸਿੱਧੂ ਵਾਸਤੇ ਜੋ ਮੈਂ ਕੀਤਾ, ਉਹ ਮੇਰਾ ਫਰਜ਼ ਸੀਗਾ। ਮੈਂ ਉਹਨਾਂ ਦੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ। ਦਿੱਲੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀ। ਸ਼ਾਇਦ ਕੋਈ ਦੂਜਾ ਬੰਦਾ ਇੰਨਾ ਵੱਡਾ ਸਟੈਪ ਨਾ ਸਟੈਂਡ ਨਾ ਲੈ ਪਾਉਂਦਾ, ਮੈਂ ਸਟੈਂਡ ਲਿਆ, ਇੰਨਾ ਹੀ ਫਰਕ ਆ। ਬਾਕੀ ਮੈਂ ਕਹਾਂ ਕਿ ਮੈਂ ਕੋਈ ਵੱਖਰਾ ਕੰਮ ਕੀਤਾ ਹੈ, ਮੇਰੇ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀਗਾ। ਔਰ ਮੈਂ ਅੱਜ ਜ਼ਰੂਰ ਆਪਣੇ ਲੋਕਾਂ ਨੇ ਕਹਿਣਾ ਚਾਹੁੰਦਾ ਹੈ, ਉਸ ਦਿਨ ਵੀ ਮਨਜਿੰਦਰ ਸਿੰਘ ਸਿਰਸੇ ਨੇ ਗੱਲ ਨੂੰ ਸਾਬਤ ਕਰ ਦਿੱਤਾ। ਭਾਵੇਂ ਲੱਖਾ ਸਿਧਾਣਾ ਲੱਖ ਸੁਖਬੀਰ ਸਿੰਘ ਬਾਦਲ ਨੂੰ ਗਾਲਾਂ ਕੱਢਦਾ ਹੋਵੇ, ਪਰ ਮੈਂ ਉਹਦੀ ਸਿੱਖੀ ਵੱਲ ਦੇਖਿਆ ਹੈ। ਮੈਂ ਪਾਰਟੀ ਦੀ ਵਿਚਾਰਧਾਰਾ ਵੱਲ ਦੇਖ ਕੇ, ਪਾਰਟੀ ਦੀਆਂ ਗੱਲਾਂ ਸੁਣ ਕੇ ਮੈਂ ਸਟੈਂਡ ਨਹੀਂ ਲਿਆ। ਦੀਪ ਸਿੱਧੂ ਲੱਖ ਭਾਵੇਂ ਗੱਲਾਂ ਕੱਢਦਾ ਹੋਵੇ, ਤੁਹਾਨੂੰ ਯਾਦ ਹੋਵੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇੱਥੋਂ ਤਾਈਂ ਬਿਆਨ ਦੇ ਦਿੱਤਾ ਸੀਗਾ ਕਿ ਦੀਪ ਸਿੱਧੂ ਦੀ ਅਸੀਂ ਇਮਦਾਦ ਨਹੀਂ ਕਰ ਸਕਦੇ, ਮੈਂ ਸਰਸੇ ਨਾਲ ਗੱਲ ਕਰੂੰਗਾ। ਪਰ ਮੈਂ ਬੜੀ ਨਿਮਰਤਾ ਸਾਧ ਉਹਨਾਂ ਨੂੰ ਬੇਨਤੀ ਕੀਤੀ ਸੀ, ਭਾਈ ਤੁਸੀਂ ਵੱਡੇ ਆਦਮੀ ਜੇ, ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਦੇਵਾਂ, ਸਿੱਖ ਦਿੱਲੀ 'ਚ ਫੜਿਆ ਜਾਊਗਾ, ਸਿਰ ਉਹਦੇ ਨਾਲ ਖਲੋਊਗਾ। ਮੈਂ ਉਹਦੀ ਪਾਰਟੀ ਨਹੀਂ ਦੇਖਦਾ, ਉਹਦੀ ਵਿਚਾਰਧਾਰਾ ਨਹੀਂ ਦੇਖਦਾ, ਮੈਂ ਕੇਵਲ ਇੱਕ ਦੇਖਦਾ ਕਿ ਉਹ ਪੰਜਾਬ ਆ, ਪੰਜਾਬੀਅਤ ਔਰ ਸਿੱਖ ਆ, ਮੈਂ ਉਹਦੀ ਲੜਾਈ ਲੜੂੰਗਾ। ਮੈਂ ਲੱਖੇ ਸਿਧਾਣਾ ਨੂੰ ਪਾਰਟੀ 'ਚ ਆਉਣ ਨੂੰ ਨਹੀਂ ਕਹੂੰਗਾ। ਮੈਂ ਸਵਾਗਤ ਸਭ ਦਾ ਕਰਦਾ ਹਾਂ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਹਾਂ, ਭਾਈ ਆਪਾਂ ਇਸ ਪਾਰਟੀ ਦੇ ਨਾਲ ਰਲ ਕੇ ਆਪਾਂ ਆਪਣੇ ਖਾਲੀ ਮਸਲੇ ਹੀ ਨਹੀਂ, ਬਲਕਿ ਆਉਣ ਵਾਲੇ ਸਮੇਂ ਦੇ ਅੰਦਰ
ਰਾਜ ਦੇ ਅੰਦਰ ਤੁਸੀਂ ਰਹਿ ਕੇ ਆਪਣੀ ਗੱਲ ਨੂੰ ਕਰ ਸਕਦੇ ਜੇ। ਇਹ ਮੇਰਾ ਸੁਝਾਅ ਉਹਨਾਂ ਨੂੰ ਜ਼ਰੂਰ ਰਹੂਗਾ। ਬਾਕੀ ਭਾਈ ਜਿਹੜਾ ਜੁਆਇਨ ਕਰਨਾ ਚਾਹੁੰਦਾ ਕਰੇ, ਮੈਂ ਨਹੀਂ ਕਿਸੇ ਨੂੰ ਜੁਆਇਨ ਕਰਨ ਵਾਸਤੇ ਕਹੂੰਗਾ। ਅੱਛਾ, ਤੁਹਾਡਾ ਦਰਦ ਛਲਕਿਆ ਟਵਿੱਟਰ ਦੇ ਉੱਤੇ ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਜੁਆਇਨ ਕਰ ਲੈਂਦੇ ਆ। ਉਸ ਤੋਂ ਬਾਅਦ ਤੁਸੀਂ ਟਵਿੱਟਰ ਦੇ ਉੱਤੇ ਖਾਸ ਤੌਰ ਤੇ ਕਹਿੰਦੇ ਵੀ ਹੋ ਕਿ ਜਿਹਨੇ ਗਨ ਕਲਚਰ ਨੂੰ ਵਧਾਵਾ ਦਿੱਤਾ ਉਹਨੂੰ ਕਾਂਗਰਸ ਜੁਆਇਨ ਕਰਵਾ ਰਹੀ ਹੈ। ਇੱਦਾਂ ਕਿਉਂ? ਨਹੀਂ, ਤੁਸੀਂ, ਮੈਂ ਅੱਜ ਨਹੀਂ ਕਿਹਾ ਸਿੱਧੂ ਮੂਸੇਵਾਲੇ ਵਾਸਤੇ। ਪਹਿਲੀ ਗੱਲ ਹੈ, ਸਿੱਧੂ ਮੂਸੇਵਾਲਾ ਮੇਰੇ ਕੋਲ ਵੀ ਮੇਰੇ ਘਰ ਚੱਲ ਕੇ ਆਏ ਸੀਗੇ। ਮੈਂ ਉਹਨਾਂ ਦੀ ਗਾਇਕੀ ਦੇ ਤੌਰ ਤੇ ਬੜਾ ਸਨਮਾਨ ਕਰਦਾ। ਦੇਖੋ, ਇੱਕ ਉਹਨੇ ਆਪਣੀ ਕਲਾਕਾਰੀ ਦੇ ਅੰਦਰ ਆਪਣੀ ਮਿਹਨਤ ਨਾਲ ਇੱਥੇ ਪਹੁੰਚਿਆ। ਐ ਨਹੀਂ ਹੈਗਾ ਆਪਾਂ ਨੂੰ ਅੱਜ ਮਾੜਾ ਕਹਿ ਦਈਏ। ਭਾਈ ਅਗਲੇ ਨੇ ਆਪਣੀ ਮਿਹਨਤ ਕੀਤੀ ਆ ਨਾ, ਐ ਤਾਂ ਨਹੀਂ ਇੱਥੇ ਪਹੁੰਚ ਗਿਆ। ਆਖਰ ਕੋਨੇ ਦੇਸ਼ ਦਾ ਸੈਲੀਬ੍ਰਿਟੀ ਬਣਿਆ। ਠੀਕ ਆ, ਮੇਰੇ ਕੋਲ ਘਰ ਆਏ, ਉਹਨੂੰ ਤੁਸੀਂ ਪੁੱਛ ਲਿਓ। ਮੈਂ ਉਹਨਾਂ ਨੂੰ ਉਸ ਵੇਲੇ ਸਮਝਾਇਆ ਸੀ, ਮੈਂ ਕਿਹਾ ਜਿਹੜੀ ਤੁਸੀਂ ਕੰਟਰੋਵਰਸੀ ਖੜੀ ਕਰ ਲਈ ਆ, ਉਸ ਵੇਲੇ ਇਹ ਗਲਤ ਹੋ ਗਿਆ ਤੁਹਾਡੇ ਤੋਂ, ਤੇ ਤੁਸੀਂ ਗੁਰੂ ਘਰ 'ਚ ਖੜੇ ਹੋ ਕੇ ਤੇ ਜ਼ਰੂਰ ਕਹੋ ਨਾ। ਮੈਨੂੰ ਕਿਹਾ, ਮੈਂ ਸਿਰਸਾ ਜੀ ਬਿਲਕੁਲ ਠੀਕ ਗੱਲ ਹੈਗੀ ਹੈ। ਮੈਂ ਜਾਣਨੇ ਨਹੀਂ ਕੀਤਾ ਸੀਗਾ, ਅਣਜਾਣੇ 'ਚ ਹੋਇਆ। ਮੈਂ ਕੋਈ ਜਾਣ ਬੁੱਝ ਕੇ ਨਹੀਂ ਕੀਤਾ। ਇੱਕ ਅੱਛਾ ਆਦਮੀ ਆ ਉਹ। ਮੈਂ ਇਹ ਗੱਲ ਕਹੀ ਆ ਵੀ ਜਿਹੜਾ ਤੁਸੀਂ 295 ਜੋ ਲੱਗੀ ਉਹਨਾਂ ਦੇ, ਉਸ ਕੇਸ ਮੁਤਲਕ ਗੱਲ ਕਰ ਰਹੇ ਹੋ ਨਾ? ਹਾਂਜੀ। ਉਸ ਵੇਲੇ ਮੇਰੇ ਘਰ ਆਏ ਸੀਗੇ ਉਹ। ਉਸ ਵੇਲੇ ਮੇਰੇ ਘਰ ਆਏ ਸੀ। ਮੈਂ ਉਹਨਾਂ ਨੂੰ ਸੁਝਾਅ ਵੀ ਦਿੱਤਾ ਸੀ। ਮੈਂ ਉਹਨੂੰ ਕਿਹਾ ਸੀ, ਮੈਂ ਤੁਸੀਂ ਇਮਾਨਦਾਰ ਜੇ, ਤੁਸੀਂ ਬੜੀ ਅੱਛੀ ਗੱਲ ਕੀਤੀ ਕਿ ਮੈਂ ਜਾਣ ਬੁੱਝ ਕੇ ਨਹੀਂ ਤਾਂ ਮੈਂ ਤੁਹਾਡੇ ਨਾਲ ਖਲੋਊਂਗਾ। ਮੈਂ ਖਲੋਤਾ ਸੀ ਉਹਨਾਂ ਦੇ ਨਾਲ। ਮੈਂ ਕਦੀ ਵੀ ਇਸ ਤਰ੍ਹਾਂ ਦੇ ਕੰਮਾਂ 'ਚ ਨਹੀਂ ਪੈਂਦਾ ਕਿ ਕਿਸੇ ਦਾ ਮਿਸਯੂਜ਼ ਕੀਤਾ ਜਾਵੇ, ਜ਼ਬਰਦਸਤੀ ਕਿਸੇ ਤੇ ਸਿਰਫ ਆਪਣੇ ਨੰਬਰ ਬਣਾਉਣ ਵਾਸਤੇ। ਉਹ ਸਟਾਰ ਸੀਗਾ, ਮੈਂ 2 ਗਾਲਾਂ ਕੱਢਦਾ ਤੇ ਮੈਂ ਵੀ ਹੀਰੋ ਬਣਨ ਦੀ ਕੋਸ਼ਿਸ਼ ਕਰਦਾ। ਮੈਂ ਤਾਂ ਉਹਨਾਂ ਵੱਡਾ ਬੰਦਾ ਹੈ ਹੀ ਨਹੀਂ। ਸਿੱਧੂ ਮੂਸੇਵਾਲਾ ਤਾਂ ਬਹੁਤ ਵੱਡਾ ਆਦਮੀ ਹੈ, ਮੈਂ ਤਾਂ ਬਹੁਤ ਛੋਟਾ ਆਦਮੀ ਉਹਦੇ ਮੁਕਾਬਲੇ 'ਚ। ਪਰ ਮੈਂ ਐਸਾ ਕੋਈ ਕੰਮ ਨਹੀਂ ਕਦੀ ਕੀਤਾ। ਪਰ ਮੈਂ ਅੱਜ ਇੱਕ ਗੱਲ ਜ਼ਰੂਰ ਕਾਂਗਰਸ ਨੂੰ ਕਹਿਣਾ ਚਾਹੁੰਦਾ। ਮੈਨੂੰ ਇਸ ਗੱਲ ਦਾ ਦਰਦ ਹੋਇਆ ਜਦੋਂ ਨਵਜੋਤ ਸਿੰਘ ਸਿੱਧੂ ਵੀ ਐਸੇ ਕੰਮ ਕਰਦੇ। ਮੈਨੂੰ ਪਤਾ ਕੀ ਤਕਲੀਫ ਹੁੰਦੀ ਆ, ਮੈਨੂੰ ਕੀ ਡਰ ਲੱਗਦਾ ਹੈ। ਮੇਰਾ ਇੱਕ ਜਵਾਨ ਬੇਟਾ ਹੈ। ਮੇਰੇ ਬੇਟੇ ਨੂੰ ਲੋਕ ਸਿੱਖ ਦੇ ਰੂਪ 'ਚ ਦੇਖਦੇ ਨੇ। ਮੈਨੂੰ ਇਹ ਡਰ ਲੱਗਦਾ ਇਹਨੂੰ ਅੱਤਵਾਦੀ ਦੇ ਰੂਪ 'ਚ ਨਾ ਦੇਖਣ, ਕਿਉਂਕਿ ਮੈਂ ਉਹ ਪੀੜਾ ਝੱਲੀ ਆ, ਮੈਂ ਉਹ ਦਰਦ ਝੱਲਿਆ। ਮੈਂ ਆਪਣੇ ਪਿਤਾ ਜੀ ਦੇ ਨਾਲ, ਮੈਂ ਸਿਰਸੇ ਦਾ ਰਹਿਣ ਵਾਲਾ। ਮੈਂ ਆਪਣੇ ਪਿਤਾ ਜੀ ਦੇ ਨਾਲ ਸਿਰਸਾ ਇੱਕ ਵਾਰ 24 ਭਜਨ ਲਾਲ ਮੁੱਖ ਮੰਤਰੀ ਆਏ ਸੀਗੇ। ਸਾਡਾ ਪਿੰਡ ਦੇ ਸਾਰੇ ਪਿੰਡਾਂ ਦੇ ਸਰਪੰਚ ਮਿਲ ਕੇ ਗਏ ਸੀ। ਮਸਲਾ ਸੀ ਸਾਡੀ ਨਹਿਰ ਦੇ ਉੱਤੇ ਸੜਕ ਬਣਨ ਦਾ। ਤੇ ਮੈਨੂੰ ਯਾਦ ਆ ਜਦੋਂ ਮੇਰੇ ਪਿਤਾ ਜੀ ਨੇ ਅੰਦਰ ਵੜਦੇ ਪਏ ਸੀ, ਮੈਂ ਤੇ ਛੋਟਾ ਸੀਗਾ, ਮੈਂ ਬਾਹਰ ਖੜਾ ਸੀਗਾ ਤੇ ਉੱਥੇ ਜਿਹੜੇ ਪੁਲਿਸ ਵਾਲੇ ਖੜੇ ਸੀਗੇ ਉਹ ਕਹਿ ਰਹੇ ਸੀਗੇ, ਇਹ ਗਿਆਨੀ ਆ ਗਏ, ਧਿਆਨ ਰੱਖਣਾ। ਇਹ ਗਿਆਨੀ ਆ ਗਏ, ਇਹ ਗਿਆਨੀ ਆ ਗਏ, ਧਿਆਨ ਰੱਖਣਾ। ਮੇਰੀ ਗੱਲ ਸਮਝ ਗਏ ਜੀ? ਇਹ ਗਿਆਨੀ ਆ ਗਏ, ਧਿਆਨ ਰੱਖਣਾ। ਇਹ ਨਾ ਕੋਈ ਸਾਨੂੰ ਦੁਬਾਰਾ ਕਵੇ। ਮੇਰਾ ਇਹ ਦਰਦ ਰਹਿੰਦਾ ਹੈ ਜਦੋਂ ਜਾ ਕੇ ਗੱਲ ਕਰਦਾ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੀ ਤੇ ਸਾਡੇ ਦੇਸ਼ 'ਚ ਰੌਲਾ ਪੈ ਜਾਂਦਾ ਹੈ। ਮੈਨੂੰ ਇਹ ਡਰ ਹੁੰਦਾ ਯਾਰ, ਮੈਸੇਜ ਇਹ ਜਾਏਗਾ ਕਿ ਸ਼ਾਇਦ ਅਸੀਂ ਦੇਸ਼ ਦੀ ਖਿਲਾਫਤ ਕਰਦੇ ਪਏ। ਬਦਨਾਮ ਤੇ ਸਿੱਖ ਹੁੰਦੇ ਨੇ। ਸਿੱਖਾਂ ਦੀ ਬਦਨਾਮੀ ਦੀ ਮੈਨੂੰ ਜ਼ਰੂਰ ਚਿੰਤਾ, ਕਿਉਂਕਿ ਮੈਂ ਇੱਕ ਗੱਲ ਸੁਣੋ, ਤੁਸੀਂ ਅੱਜ ਆਪਣੇ ਘਰ 'ਚ ਕੰਮ ਕਰ ਲਓ, ਇੱਕ ਛੋਟੀ ਜਿਹੀ ਦੀਵਾਰ ਬਣਾ ਲਿਓ ਜੀ। ਉਹ ਜੇ ਦੀਵਾਰ, ਛੋਟੀ ਜਿਹੀ ਦੀਵਾਰ ਭਾਵੇਂ ਗਲਤ ਥਾਂ ਤੇ ਬਣ ਗਈ ਹੋਵੇ ਨਾ, ਉਹਨੂੰ ਢਾਉਣਾ ਹੋਵੇ, ਫਿਰ ਵੀ ਬੰਦੇ ਨੂੰ ਦਰਦ ਹੁੰਦਾ ਯਾਰ, ਦੀਵਾਰ ਢਾਉਣੀ ਪੈ ਰਹੀ ਆ ਯਾਰ, ਅਸੀਂ ਮਿਹਨਤ ਕੀਤੀ ਆ। ਐ ਤਾਂ ਨਹੀਂ ਹੈਗਾ ਕੋਈ ਮੈਨੂੰ ਇਹ ਤਾਂ ਨਹੀਂ ਕਹਿ ਸਕਦਾ ਮੈਂ ਕੌਮ ਦੀ ਲੜਾਈ ਲੜਨ ਵਾਸਤੇ, ਜੇ ਦੇਸ਼ ਨੂੰ ਅੱਜ ਪਤਾ ਲੱਗਾ ਸਿੱਖਾਂ ਦੀ ਸੇਵਾ ਕੀ ਆ, ਤਾਂ ਉਹਦੇ 'ਚ ਮੇਰਾ ਵੀ ਛੋਟਾ ਮੋਟਾ ਯੋਗਦਾਨ ਹੈਗਾ। ਜੇ ਦੇਸ਼ ਨੂੰ ਸਿੱਖ ਹੈ ਕੌਣ, ਮੇਰਾ ਵੀ ਛੋਟਾ ਮੋਟਾ ਤੇ ਮੈਨੂੰ ਦਰਦ ਹੁੰਦਾ ਹੈ ਜਦੋਂ ਸਿੱਖ ਦੀ ਬਦਨਾਮੀ ਹੁੰਦੀ। ਬਸ ਮੇਰੀ ਇੰਨੀ ਗੱਲ। ਔਰ ਮੈਨੂੰ ਕੋਈ ਕਿਤੇ ਵੀ ਜਾ ਸਕਦਾ, ਕਿਸੇ ਪਾਰਟੀ ਜਾ ਸਕਦਾ, ਪਰ ਮੈਂ ਇਹ ਜ਼ਰੂਰ ਕਹੂੰਗਾ ਅੱਜ ਵੀ ਸਿੱਧੂ ਨੂੰ ਕਿ ਮਹਾਰਾਜ, ਸਿੱਧੂ ਮੂਸੇਵਾਲੇ ਨੂੰ ਕਿ ਮਹਾਰਾਜ ਤੁਸੀਂ ਬਹੁਤ ਵੱਡੇ ਕਲਾਕਾਰ ਜੇ, ਗਾਇਕ ਜੇ ਤੁਸੀਂ ਚੁਣਾਵ ਲੜਨਾ ਹੈ ਤੁਹਾਨੂੰ ਤੇ ਆਜ਼ਾਦ ਵੀ ਤੁਸੀਂ ਜਿੱਤ ਸਕਦੇ ਜੀ, ਤੁਸੀਂ ਕਿਸੇ ਹੋਰ ਪਾਰਟੀ 'ਚ। ਬਸ ਤੁਸੀਂ ਇੰਨਾ ਜ਼ਰੂਰ ਧਿਆਨ ਰੱਖਿਓ ਜੀ ਵੀ 84 ਦੇ ਕਤਲੇਆਮ ਦੇ ਨਾਲ ਲਿਬੜੀ ਹੋਈ ਪਾਰਟੀ ਆ, ਕਿ ਤੁਹਾਨੂੰ ਕਿਤੇ ਨਾ ਕਿਤੇ ਇਹ ਗੱਲ ਲੋਕ ਸਵਾਲ ਕਰ ਲੈਣਗੇ। ਬਾਕੀ ਮੇਰੀ ਫਿਰ ਮੈਂ ਕਹਾਂ ਮੇਰੀ ਹੈਸੀਅਤ ਨਹੀਂ, ਮੈਂ ਛੋਟਾ ਆਦਮੀ, ਮੈਂ ਉਹਨੂੰ ਵੀ ਕੁਝ ਕਹਿ ਨਹੀਂ ਸਕਦਾ। ਅੱਛਾ, ਮੈਨੂੰ ਸਿਰਸਾ ਸਾਹਿਬ ਇਹ ਦੱਸੋ, ਚੋਣ ਕਿੱਥੋਂ ਲੜ ਰਹੇ ਹੋ? ਪੰਜਾਬ ਤੋਂ ਲੜ ਰਹੇ ਹੋ ਚੋਣ ਇਸ ਵਾਰੀ? ਤੁਸੀਂ ਸਵਾਲ ਐ ਕੀਤਾ ਜਿਵੇਂ ਮੇਰਾ ਨੋਮੀਨੇਸ਼ਨ ਪੇਪਰ ਆਇਆ ਹੋਵੇ ਤੇ ਕਨਫਰਮੇਸ਼ਨ ਆ ਰਹੀ ਹੋਵੇ ਵੀ ਜ਼ਿਲ੍ਹਾ। ਲੋਕ ਕੀ ਗੱਲਾਂ ਕਰ ਰਹੇ ਆ, ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਕਿ ਸਿਰਸਾ ਸਾਹਿਬ ਐਂਟਰੀ ਕਰਨਗੇ ਪੰਜਾਬ ਦੀ ਸਿਆਸਤ 'ਚ। ਜੇ ਮੈਂ ਪੰਜਾਬ ਦੀ ਸਿਆਸਤ 'ਚ ਐਂਟਰੀ ਕਰਨੀ ਹੁੰਦੀ ਤੇ ਮੈਂ ਨਾਮ ਲੈ ਕੇ ਕਹਿਣ ਲੱਗਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਚਾਹੁੰਦੇ ਸੀ ਮੈਂ ਮੋਹਾਲੀ ਤੋਂ ਇਲੈਕਸ਼ਨ ਲੜਾਂ। ਸਰਦਾਰਨੀ ਹਰਸਿਮਰਤ ਕੌਰ ਬਾਦਲ ਚਾਹੁੰਦੇ ਸੀਗੇ ਕਿ ਮੈਂ ਮਾਨਸਾ ਤੋਂ ਇਲੈਕਸ਼ਨ ਲੜਾਂ। ਔਰ ਮੈਨੂੰ ਉਹਨਾਂ ਨੇ ਹੈਲੀਕਾਪਟਰ 'ਚ ਜਾਂਦੇ ਹੋਏ ਕਿਹਾ ਸੀ, ਸਿਰਸਾ ਜੀ ਤੁਸੀਂ ਇੱਥੋਂ ਇਲੈਕਸ਼ਨ ਲੜੋ, ਮੈਂ ਮੰਤਰੀ ਬਣਾਉਂਗੀ। ਔਰ ਬਿਕਰਮ ਸਿੰਘ ਮਜੀਠੀਆ ਜੀ ਚਾਹੁੰਦੇ ਸੀ ਕਿ ਮੈਂ ਸਾਊਥ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਾਂ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੇਰਾ ਪਰਿਵਾਰ ਨਾਲ ਪਿਆਰ ਸੀ, ਪਰ ਮੈਂ ਉਹਨਾਂ ਨੂੰ ਬਿਲਕੁਲ ਸਪਸ਼ਟ ਕਿਹਾ ਸੀ। ਔਰ ਮੈਂ ਅੱਜ ਇਹ ਵੀ ਤੁਹਾਨੂੰ ਦੱਸਾਂ, ਮੈਂ ਇੱਕ ਵਾਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਸੀ ਕਿ ਭੈਣ ਜੀ ਮੇਰਾ ਸੱਚੀ ਪੁੱਛੋ ਸਿਆਸਤ 'ਚ ਮਨ ਹੀ ਨਹੀਂ ਹੈਗਾ। ਮੈਂ ਇੰਜੋਏ ਕਰਦਾ ਇਹ ਚੀਜ਼ਾਂ ਕਿ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰ ਸਕਾਂ, ਮੇਰਾ ਇੰਟਰਸਟ ਨਹੀਂ ਹੈਗਾ। ਮੈਂ ਅੱਜ ਵੀ ਤੁਹਾਨੂੰ ਕਹਿਣਾ ਚਾਹੁੰਦਾ, ਮੈਨੂੰ ਇਹੀ ਤਾਕਤ ਚਾਹੀਦੀ ਆ ਕਿ ਮੈਂ ਸਿੱਖੀ ਦੀ ਗੱਲ ਕਰ ਸਕਾਂ, ਸਿੱਖਾਂ ਦੇ ਮਸਲਿਆਂ ਦੀ ਗੱਲ ਕਰ ਸਕਾਂ। ਸਿੱਖ ਨੂੰ ਆਪਣੇ ਆਪ 'ਚ ਤਾਕਤ ਮਹਿਸੂਸ ਹੋਵੇ ਕਿ ਯਾਰ ਸਾਡਾ ਭਰਾ ਕੋਈ ਬੈਠਾ, ਜੇ ਸਾਡੇ ਤੇ ਦਿੱਕਤ ਆਊਗੀ ਸਾਡੇ ਲਈ ਖੜਾ ਹੋ ਜਾਊਗਾ, ਉਹ ਮਾਣ ਮੇਰੇ ਤੇ ਬਣਿਆ ਰਵੇ। ਬਸ ਆਹੀ ਵੱਡੀ ਇਲੈਕਸ਼ਨ, ਇਸ ਤੋਂ ਵੱਡੀ ਇਲੈਕਸ਼ਨ ਹੋਰ ਕੋਈ ਦੁਨੀਆ 'ਚ ਨਹੀਂ ਹੋ ਸਕਦੀ। ਅੱਛਾ ਸਿਰਸਾ ਸਾਹਿਬ, ਇੱਕ ਸਵਾਲ ਮੈਂ ਹੋਰ, ਸ਼ਾਇਦ ਜਜ਼ਬਾਤੀ ਹੈ ਲੇਕਿਨ ਪੁੱਛਣਾ ਚਾਹੀਦਾ ਹੈ, ਕਿਉਂਕਿ ਤੁਸੀਂ ਵਾਰ-ਵਾਰ ਜ਼ਿਕਰ ਕਰਦੇ ਹੋ ਕਿ ਤੁਸੀਂ ਰੂਹ ਦੇ ਨਾਲ ਜੁੜੇ ਹੋਏ ਸੀਗੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਤੇ ਉਹਨਾਂ ਦੇ ਪਰਿਵਾਰ ਦੇ ਨਾਲ। ਕਦੀ ਸੌਂਦੇ ਜਾਗਦੇ, ਉੱਠਦੇ ਬੈਠਦੇ, ਚਾਹ ਪੀਂਦੇ ਆ, ਰੋਟੀ ਖਾਂਦੇ ਆ,
ਇਹ ਗੱਲ ਸਤਾਉਂਦੀ ਹੈ ਕਿ ਯਾਰ ਮੈਂ ਉਧਰੋਂ ਹਟ ਕੇ ਇੱਧਰ ਆ ਗਿਆ, ਜਾਂ ਕਦੀ ਭਾਵੁਕ ਹੋਏ ਇਸ ਚੀਜ਼ ਨੂੰ ਸੋਚ ਕੇ? ਜਦੋਂ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਰੋ ਪਿਆ, ਕਿਉਂਕਿ ਉਹਨਾਂ ਨੇ ਇੱਕੋ ਗੱਲ ਕਹੀ, ਸਿਰਸੇ ਇਹ ਕੀ ਕੀਤਾ, ਤੇ ਮੈਂ ਗੱਡੀ ਤਾਂ ਮਾਰ ਕੇ ਰੋ ਪਿਆ। ਔਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀਗਾ, ਪਰ ਮੈਂ ਇਹ ਜਾਣਦਾ ਹਾਂ ਕਿ ਉਹ 1 ਘੰਟੇ ਦਾ ਮੇਰਾ ਦੁੱਖ ਤੇ ਹੋ ਸਕਦਾ ਹੈ, ਪਰ ਜੇ ਮੈਂ ਦੇਸ਼ ਦੇ ਲੋਕਾਂ ਦੀ ਗੱਲ ਸਮਝਣੀ, ਮੈਂ ਆਪਣੇ ਸਿੱਖਾਂ ਦੀ ਗੱਲ ਸਮਝਣੀ ਹੈ ਜਿਨ੍ਹਾਂ ਨੇ ਮੈਨੂੰ ਬੜਾ ਹੀ ਮਾਣ ਬਖਸ਼ਿਆ ਹੈ, ਤੇ ਫਿਰ ਮੈਨੂੰ ਕੋਈ ਨਾ ਕੋਈ ਫੈਸਲਾ ਲੈਣਾ ਪਊਗਾ। ਅੱਛਾ, ਮੇਰਾ ਆਖਰੀ ਸਵਾਲ ਹੈ ਸਿਰਸਾ ਸਾਹਿਬ, ਸਵਾਲ ਇਹ ਹੈ ਕਿ ਤੁਸੀਂ ਕਹਿੰਦੇ ਹੈਗੇ ਹੋ ਕਿ ਜੇ ਸਿੱਖਾਂ ਦੇ ਮਸਲੇ ਹੱਲ ਕਰਵਾਉਣੇ ਆ ਤੇ ਸਾਨੂੰ ਕਿਸੇ ਨਾ ਕਿਸੇ ਨੈਸ਼ਨਲ ਪਾਰਟੀ ਵੱਲ ਦਾ ਰੁਖ ਕਰਨਾ ਹੀ ਪਏਗਾ, ਲੇਕਿਨ ਸਿਰਸਾ ਸਾਹਿਬ ਜੇ ਇਹੀ ਹੋਣ ਲੱਗ ਪਿਆ ਤਾਂ ਫਿਰ ਬਾਕੀ ਜਿਹੜਾ ਥਰਡ ਫਰੰਟ ਦੀ ਅਸੀਂ ਗੱਲ ਕਰਦੇ ਹਾਂ, ਤੀਜੇ ਫਰੰਟ ਦੀ ਬਾਰ-ਬਾਰ ਅਸੀਂ ਗੱਲ ਕਰਦੇ ਹਾਂ, ਉਹ ਫਿਰ ਕਿੱਥੇ ਜਾਣਗੀਆਂ ਗੱਲਾਂ? ਜਿਹੜੇ ਲੋਕ ਹੈਗੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਵੀ ਫਿਰ ਛੱਡ ਕੇ ਭਾਜਪਾ 'ਚ ਆ ਜਾਣਾ ਚਾਹੀਦਾ, ਕਾਂਗਰਸ ਨੂੰ ਵੀ ਇੱਧਰਲੇ ਪਾਸੇ ਆ ਜਾਣਾ ਚਾਹੀਦਾ, ਕਿਉਂਕਿ ਸੈਂਟਰ ਦੇ ਵਿੱਚ ਤੇ ਭਾਜਪਾ ਬੈਠੀ ਹੋਈ ਹੈ, ਤਾਂ ਹੀ ਕਿਤੇ ਜਾ ਕੇ ਮਸਲੇ ਹੱਲ ਹੋ ਸਕਦੇ ਆ। ਫਿਰ ਸਿਆਸਤ, ਡੈਮੋਕ੍ਰੇਸੀ, ਲੋਕਤੰਤਰ, ਜਮਹੂਰੀਅਤ ਕਿੱਥੇ ਹੈ? ਜਮਹੂਰੀਅਤ ਹੈਗੀ ਆ, ਉਹਨਾਂ ਲੋਕਾਂ ਦਾ ਇੰਟਰਸਟ ਪੰਜਾਬ ਤੱਕ ਸੀਮਿਤ ਆ, ਮੇਰਾ ਇੰਟਰਸਟ ਨਹੀਂ ਹੈਗਾ ਨਾ, ਇਹੀ ਫਰਕ ਆ। ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ, ਤੁਹਾਡੇ ਲੋਕਾਂ ਨੂੰ ਇਸ ਕਲੈਰਿਟੀ ਆ ਜਾਣੀ ਚਾਹੀਦੀ ਆ। ਜਿਨ੍ਹਾਂ ਲੋਕਾਂ ਦਾ ਸਿਰਫ ਸੋਚ ਹੀ ਹੈ ਕਿ ਅਸੀਂ ਸੂਬੇ ਦੀ ਗੱਲ ਕਰ ਸਕਦੇ ਹਾਂ, ਅਸੀਂ ਤੇ ਕੇਵਲ ਪੰਜਾਬ 'ਚ MLA MP ਬਣਨਾ ਹੈ, ਉਹਨਾਂ ਲਈ ਬਿਲਕੁਲ ਠੀਕ ਆ ਥਰਡ ਫਰੰਟ ਬਣਾਉਣ, ਫੋਰਥ ਫਰੰਟ ਬਣਾਉਣ। ਪਰ ਜਿਨ੍ਹਾਂ ਦੇ ਮਨ 'ਚ ਇਹ ਦਰਦ ਆ, ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਫਿਰ ਦੁਬਾਰਾ ਕਹਿ ਦਿੰਦਾ, ਕੋਈ ਹੋਰ ਤੁਹਾਨੂੰ ਐਸਾ MP MLA, ਕੋਈ ਮੰਤਰੀ, ਕੋਈ ਮੁੱਖ ਮੰਤਰੀ ਯਾਦ ਆਉਂਦਾ ਹੋਵੇ ਜਿਹੜਾ ਪੰਜਾਬ ਤੋਂ ਹੋਵੇ, ਤੁਹਾਨੂੰ ਉੱਤਰਾਖੰਡ ਅੰਦਰ ਦਿਖਾਈ ਦਿੰਦਾ ਹੋਵੇ, ਬੰਗਾਲ 'ਚ ਦਿਖਾਈ ਦਿੰਦਾ ਹੋਵੇ, ਮਹਾਰਾਸ਼ਟਰ ਦਿਖਾਈ ਦਿੰਦਾ ਹੋਵੇ, ਮੱਧ ਪ੍ਰਦੇਸ਼ ਦਿਖਾਈ ਦਿੰਦਾ ਹੋਵੇ, ਕੋਈ ਆਉਂਦਾ ਹੋਵੇ, ਤੇ ਬਿਲਕੁਲ ਉਹਦੇ ਮਨ 'ਚ ਵੀ ਮੇਰੇ ਵਰਗਾ ਦਰਦ ਹੋਏਗਾ। ਪਰ ਜੇ ਉਹਦੇ ਮਨ 'ਚ ਇਹੀ ਹੋਊਗਾ ਕਿ ਮੈਂ ਫਰੀਦਕੋਟ ਦਾ MLA ਬਣਾ, ਮੈਂ ਫਿਰੋਜ਼ਪੁਰ ਤੋਂ MP ਬਣਾ, ਮੈਂ ਮਲੋਟ ਤੋਂ MLA ਬਣਾ, ਫਿਰ ਭਾਈ ਉਹਦਾ ਦਰਦ ਜਾਇਜ਼, ਉਹ ਥਰਡ ਫਰੰਟ ਔਰ ਫੋਰਥ ਫਰੰਟ ਦੀ ਗੱਲ ਕਰੇਗਾ, ਇਹ 'ਚ ਕੋਈ ਸ਼ੱਕ ਨਹੀਂ। ਇਹ ਤਾਂ ਤੁਸੀਂ ਆਪਣੀ ਸੋਚ ਦੇਖਣੀ ਆ ਕਿ ਤੁਸੀਂ ਇੱਕ ਕਨਸਟੀਟੂਐਂਸੀ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਨਾ, ਲੋਕਾਂ ਨੂੰ, ਤੁਸੀਂ ਇੱਕ ਸੂਬੇ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ, ਇਹ ਨਹੀਂ ਕਿ ਉੱਥੋਂ ਦੇ ਲੋਕਾਂ ਨੂੰ ਨਹੀਂ ਰਿਪਰੈਜ਼ੈਂਟ ਕਰਨਾ, ਉੱਥੋਂ ਦੇ ਲੋਕਾਂ ਨੂੰ ਵੀ ਰਿਪਰੈਜ਼ੈਂਟ ਕਰਨਾ ਜ਼ਰੂਰੀ ਆ। ਸੂਬੇ 'ਚ ਮੁੱਖ ਮੰਤਰੀ ਹੋਣਾ ਜ਼ਰੂਰੀ ਆ, ਠੀਕ ਗੱਲ, ਮੈਂ ਕਦੋਂ ਕਹਿ ਰਿਹਾ ਨਹੀਂ ਹੋਣਾ ਚਾਹੀਦਾ, ਔਰ ਉਹਨੂੰ ਪੰਜਾਬ ਦੀ ਚਿੰਤਾ ਵੀ ਕਰਨੀ ਚਾਹੀਦੀ ਆ, ਕਿਉਂਕਿ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਇਹਨੂੰ ਮਾਣ ਬਖਸ਼ਿਆ। ਜੇ ਮੈਨੂੰ ਦੇਸ਼ ਦੇ ਲੋਕਾਂ ਨੇ ਮਾਣ ਬਖਸ਼ਿਆ, ਮੈਂ ਜੰਮੂ ਕਸ਼ਮੀਰ 'ਚ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਨੰਦੇੜ ਸਾਹਿਬ ਜਾਣਾ ਸੀ, ਮੈਨੂੰ ਮਹਾਂਪੁਰਖਾਂ ਦਾ ਫੋਨ ਆਇਆ ਜਥੇਦਾਰ ਸਾਹਿਬ ਦਾ ਉੱਥੋਂ ਕਿ ਸਿਰਸਾ ਜੀ ਇੰਤਜ਼ਾਰ ਕਰਦੇ ਪਏ ਆ, ਲੋਕ ਜੇਲ੍ਹਾਂ 'ਚ ਬੰਦ ਨੇ, ਕਿਉਂ ਨਹੀਂ ਮਸਲਾ ਹੱਲ ਹੋ ਰਿਹਾ? ਮੈਂ ਕਿਹਾ ਜੀ ਮੈਂ ਸੋਚਿਆ ਕਿ ਤੁਹਾਡੇ ਆਪਣੇ ਉੱਥੇ ਹੈਗੇ ਨੇ ਪ੍ਰਧਾਨ ਨੇ, ਮੈਨੂੰ ਨਹੀਂ ਇਨਵੋਲਵ ਹੋਣਾ ਚਾਹੀਦਾ, ਪਰ ਆਪ ਜੀ ਦਾ ਹੁਕਮ ਹੋ ਗਿਆ, ਮੈਂ ਸਵੇਰੇ ਹਾਜ਼ਰ ਹੋਇਆ। ਲਓ, ਮੈਂ ਸਵੇਰੇ ਜਾ ਕੇ ਹਾਜ਼ਰ ਹੋ ਗਿਆ। ਮੈਂ ਰਾਤ ਬੰਬੇ ਗਿਆ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨਾਲ ਗੱਲ ਕੀਤੀ, ਮਾਧਿਅਮ ਕੌਣ ਸੀ? ਸਰਦਾਰ ਸੁਖਬੀਰ ਸਿੰਘ ਬਾਦਲ। ਗੱਲ ਕੀਤੀ, ਉਹਨੇ DGP ਨੂੰ ਕਿਹਾ, ਮੈਂ ਪਾਂਡੇ DGP ਨੂੰ ਮਿਲਿਆ, ਤੇ ਰਾਤ ਹੀ ਹਜੂਰ ਸਾਹਿਬ ਪਹੁੰਚਣਾ ਸੀਗਾ, ਸਵੇਰੇ ਉੱਥੇ ਜਾ ਕੇ ਮਿਲਣਾ ਸੀ IG ਨੂੰ, ਤੇ ਮੈਂ ਰਾਤ ਉੱਥੋਂ ਦੀ ਫਲਾਈਟ ਕਰਾ ਲਈ ਹੈਦਰਾਬਾਦ ਦੀ, ਤੇ ਮੈਨੂੰ ਪਤਾ ਨਹੀਂ ਕਿਤਨਾ ਹੈਦਰਾਬਾਦ ਦੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਮੈਂ ਰਾਤ ਉੱਥੇ 12 ਵਜੇ ਲੈਂਡ ਕਰਦਾ ਪਿਆ। ਹੈਦਰਾਬਾਦ ਦਾ 100 ਸਿੱਖ ਜਿਹੜਾ ਸੀ ਸਿੰਘ ਸਮਾਉਣ ਦੇ ਉੱਥੇ ਪਹੁੰਚੇ ਹੋਇਆ ਸੀਗਾ। ਯਾਰ ਮੈਂ ਉਹਨਾਂ ਨੂੰ ਛੱਡ ਦੇਵਾਂ ਹੁਣ? ਮੈਂ ਆਪਣੀ ਕੁਰਸੀ ਪਿੱਛੇ ਉਹਨਾਂ ਨੂੰ ਛੱਡ ਦੇਵਾਂ ਹੁਣ? ਨਹੀਂ ਛੱਡਣਾ। ਇਹੀ ਗੱਲ ਆ, ਬਸ ਜਿਹਨੂੰ ਜਿਹੜੀ ਸੇਵਾ ਮਿਲੀ ਆ ਉਹ ਤਨਦੇਹੀ ਨਾਲ ਨਿਭਾਵੇ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸੇਵਾ ਕਰਨਾ ਚਾਹੁੰਦਾ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਰੂਪ ਚ ਤਨਦੇਹੀ ਨਾਲ ਨਿਭਾਵੇ। ਜਿਹੜਾ MLA ਦੀ ਕਰਨਾ ਚਾਹੁੰਦਾ MLA ਨਿਭਾਵੇ। ਮੈਂ ਦੇਸ਼ ਦੇ ਅੰਦਰ ਸਿੱਖਾਂ ਦੀ ਮਹਾਨ ਸੇਵਾ ਨਿਭਾਉਣਾ ਚਾਹੁੰਦਾ, ਜੋ ਮੈਨੂੰ ਉਹਦੇ ਲਈ ਗੁਰੂ ਸਾਹਿਬ ਤਾਕਤ ਬਖਸ਼ਣ, ਬੜੇ ਤਨਦੇਹੀ ਨਾਲ ਮਨਾਵਾਂਗੇ। ਅੱਗੇ ਜਿੰਨਾ ਤਾਕਤ ਨਾਲ ਲੜਾਈ ਲੜਦੇ ਸੀ, ਮੈਂ ਦਾਅਵੇ ਔਰ ਵਾਅਦੇ ਨਾਲ ਕਹਿ ਦੇਣਾ ਆਪਣੇ ਸਿੱਖਾਂ ਨੂੰ, ਉਹਦੇ ਨਾਲੋਂ 10 ਗੁਣਾ ਜ਼ਿਆਦਾ ਤਾਕਤ ਨਾਲ ਲੜਾਈ ਲੜੇਗਾ ਸਿਰਸਾ। ਮਨਜਿੰਦਰ ਸਿੰਘ ਸਿਰਸਾ ਜੀ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ। ਉਮੀਦ ਰੱਖਦੇ ਹਾਂ ਕਿ ਜੋ ਤੁਸੀਂ ਫੈਸਲਾ ਕੀਤਾ ਉਹ ਤਾਂ ਉਮਰ ਤੱਕ ਤੁਹਾਨੂੰ ਉਸ ਤੇ ਮਾਣ ਰਵੇ।